हम ना सकत कर सिफत तुम्हारी, आप लिहो तुम कथा सुधारी। ਵਾਹਿਗੁਰੂ ਵਾਹਿਗੁਰੂ ਸਾਹਿਬ ਜੀ। ਸਭਾ ਬਿਖੈ ਤਿਤ ਸ੍ਰੀ ਹਰਗੋਬਿੰਦ, ਕਹਿਓ ਮੋਹਿ ਰਣ ਥੰਬਾ ਥਾਨ। ਨਾਮ ਗੁਰੂ ਸਰ ਤੀਰਥ ਪਾਵਨ, ਕਲਮਲ ਗਨ ਨਾਸ਼ਨ ਇਸ਼ਨਾਨ। ਧਰ ਸ਼ਰਦਾ ਨਰ ਪਰ ਸਹਿ ਆਇਜੋ, ਪੁਰ ਵਹਿ ਮਨ ਹੋ ਕਾਮਨਾ ਠਾਨ। ਗੁਰ ਸਿੱਖੀ ਕੋ ਪ੍ਰਾਪਤ ਹੋ ਵਹਿ, ਗੁਰੂ ਮਹਾਤਮ ਕੀਨ ਬਖਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਸੰਧਿਆ ਦੇ ਦੀਵਾਨ ਸਜੇ ਨੇ। ਗੁਰੂ ਕੀ ਬਾਣੀ ਦੇ ਪਾਠ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਆਓ ਕੁਝ ਸਮੇਂ ਲਈ ਫਿਰ ਆਪਣੀਆਂ ਮਨ ਬਿਰਤੀਆਂ ਨੂੰ ਗੁਰੂ ਮਹਾਰਾਜ ਦੇ ਚਰਨਾਂ 'ਚ ਜੋੜ ਲਈਏ। ਜਦੋਂ 6ਵੇਂ ਪਾਤਸ਼ਾਹ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਮਹਾਰਾਜ ਦਾ ਜੰਗ ਜਿੱਤ ਲਿਆ, 8 ਦਿਨ ਸਤਿਗੁਰੂ ਇੱਥੇ ਠਹਿਰੇ ਰਹੇ, ਸੰਗਤਾਂ ਦਰਸ਼ਨ ਕਰਦੀਆਂ ਰਹੀਆਂ ਔਰ ਉੱਧਰੋਂ ਸ਼ਾਹਜਹਾਨ ਬਾਦਸ਼ਾਹ ਵੀ ਠੰਡਾ ਹੋ ਕੇ ਘਰ ਬੈਠ ਗਿਆ, ਕਿਉਂਕਿ ਉਸ ਦੀ 35,000 ਫੌਜ ਜੋ ਗੁਰੂ ਸਾਹਿਬ ਨੂੰ ਫੜਨ ਗਈ ਸੀ ਉਹ ਵਾਪਸ ਹੀ ਨਹੀਂ ਆਈ, ਜੰਗ 'ਚ ਮਾਰੀ ਗਈ। ਉਹਦੀ ਥਾਂ 'ਤੇ ਜੋ ਹਸਨ ਖਾਨ ਦੂਤ, ਉਸ ਨੂੰ ਕਾਬਲ ਦਾ ਸੂਬੇਦਾਰ ਬਣਾ ਦਿੱਤਾ ਗਿਆ। ਇਹ ਕਥਾ ਆਪਾਂ ਕੱਲ੍ਹ ਸਰਵਣ ਕੀਤੀ ਹੈ। ਇਸ ਤੋਂ ਅੱਗੇ ਦੀ ਕਥਾ ਪ੍ਰੇਮ ਨਾਲ ਸਰਵਣ ਕਰੀਏ। ਗੁਰੂ ਸਾਹਿਬ ਇਸ ਧਰਤੀ ਨੂੰ, ਮਹਾਰਾਜ ਦੀ ਧਰਤੀ ਨੂੰ ਵਰ ਦੇ ਕੇ ਅੱਗੇ ਚਾਲੇ ਪਾਉਂਦੇ, ਰਸਤੇ 'ਚ ਕਈ ਪਿੰਡਾਂ ਨਗਰਾਂ ਨੂੰ ਤਾਰਦੇ, ਦੀਨੇ ਕਾਂਗੜ ਫਿਰ ਪਹੁੰਚਦੇ। ਉਹ ਕਥਾ ਸਰਵਣ ਕਰੋ, ਪ੍ਰੇਮ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਭਾ ਬਿਖੈ ਤਿਤ ਸ੍ਰੀ ਹਰਗੋਬਿੰਦ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀਵਾਨ ਦੇ ਵਿੱਚ ਬਿਰਾਜਮਾਨ ਹਨ। ਕਹਿਓ ਮੋਹਿ ਰਣ ਥੰਬਾ ਥਾਨ। ਆਪਣੀ ਰਸਨਾ ਤੋਂ ਵਰ ਦਿੱਤਾ ਹੈ ਵੀ ਇਹ ਜਿਹੜੀ ਜਗ੍ਹਾ ਹੈ ਗੁਰੂ ਸਰ ਮਹਾਰਾਜ ਦੀ, ਇਹ ਸਾਡਾ ਰਣ ਥੰਬਾ ਹੈ। ਇੱਥੇ ਸਾਡਾ ਝੰਡਾ ਗੱਡ ਕੇ ਫੌਜਾਂ ਨੇ ਜੰਗ ਕੀਤਾ ਹੈ। ਇਹ ਸਾਡਾ ਰਣ ਥੰਬ ਹੈ। ਨਾਮ ਗੁਰੂ ਸਰ ਤੀਰਥ ਪਾਵਨ। ਇਸ ਜਗ੍ਹਾ ਦਾ ਨਾਮ ਗੁਰੂ ਸਰ ਹੋਵੇਗਾ। ਬੜਾ ਪਵਿੱਤਰ ਸਰੋਵਰ, ਸੰਗਤਾਂ ਆ ਕੇ ਦਰਸ਼ਨ ਕਰਿਆ ਕਰਨਗੀਆਂ। ਕਲਮਲ ਗਨ ਨਾਸ਼ਨ ਇਸ਼ਨਾਨ। ਜਿਹੜਾ ਇਸ ਤੀਰਥ ਤੇ ਆ ਕੇ ਇਸ਼ਨਾਨ ਕਰੇਗਾ, ਸ਼ਰਧਾ ਭਾਵਨਾ ਨਾਲ ਗੁਰਬਾਣੀ ਪੜ੍ਹੇਗਾ, ਉਹਦੇ ਮਨ ਤੇ ਤਨ ਦੇ ਪਾਪ ਦੂਰ ਹੋ ਜਾਣਗੇ। ਧਰ ਸ਼ਰਧਾ ਨਰ ਪਰਸੈ ਆਇਜੋ। ਜਿਹੜਾ ਭਾਵਨਾ ਸ਼ਰਧਾ ਲੈ ਕੇ ਆਵੇਗਾ, ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਜੋ ਮੰਗੇਗਾ ਉਹ ਮਿਲੇਗਾ। ਪੁਰ ਵਹਿ ਮਨੋ ਕਾਮਨਾ ਠਾਨ। ਉਹਦੀਆਂ ਮਨੋ ਕਾਮਨਾ ਪੂਰੀਆਂ ਹੋਣਗੀਆਂ ਇਸ ਸਥਾਨ ਤੇ। ਗੁਰਸਿੱਖੀ ਕੋ ਪ੍ਰਾਪਤ ਹੋਵਹਿ। ਇਸ ਸਥਾਨ ਦੇ ਦਰਸ਼ਨ ਕਰਨ ਨਾਲ ਗੁਰਸਿੱਖੀ ਦੀ ਪ੍ਰਾਪਤੀ ਹੋਵੇਗੀ। ਗੁਰੂ ਮਹਾਤਮ ਕੀਨ ਬਖਾਨ। ਇਸ ਤਰ੍ਹਾਂ ਗੁਰੂ ਸਾਹਿਬ 6ਵੇਂ ਪਾਤਸ਼ਾਹ ਜੀ ਨੇ ਆਪਣੀ ਰਸਨਾ ਤੋਂ ਇਸ ਜਗ੍ਹਾ ਦਾ, ਪਿੰਡ ਮਹਾਰਾਜ ਦੇ ਗੁਰਦੁਆਰਾ ਗੁਰੂ ਸਰ ਦਾ ਮਹਾਤਮ ਦੱਸਿਆ ਹੈ। ਜੋਤ ਸਲੇਮ ਸ਼ਾਹ ਜੁਗ ਭਰਾਤਾ। ਫਿਰ ਭਾਈ ਜੋਤ ਸ਼ਾਹ ਜੀ ਤੇ ਭਾਈ ਸਲੇਮ ਸ਼ਾਹ ਦੋਵਾਂ ਭਾਈਆਂ ਨੇ ਬੇਨਤੀ ਕੀਤੀ। ਗੁਰ ਮਰਜੀ ਲਖ ਅਰਜੀ ਕੀਨ। ਗੁਰੂ ਸਾਹਿਬ ਦੇ ਚਰਨਾਂ 'ਚ ਅਰਜੀ ਕੀਤੀ, ਬੇਨਤੀ ਕੀਤੀ ਸਤਿਗੁਰਾਂ ਦੀ ਆਗਿਆ ਪਾ ਕੇ। ਮਹਾਰਾਜ ਅਬ ਕਾਂਗੜਪੁਰ ਕੋ। ਇਹ ਮਹਾਰਾਜ ਹੁਣ ਇੱਥੋਂ ਚੱਲੀਏ, ਇੱਥੋਂ ਚੱਲ ਕੇ ਸਾਡੇ ਪਿੰਡ ਕਾਂਗੜ ਨੂੰ ਭਾਗ ਲਾਈਏ। ਕਿਰਪਾ ਕਰੋ ਮਹਾਰਾਜ। ਆਪ ਜੀ ਨੇ ਪਹਿਲਾਂ ਵਰ ਦਿੱਤਾ ਸੀ ਵੀ ਤੁਹਾਡੇ ਪਿੰਡ ਫਿਰ ਆਵਾਂਗੇ, ਤੋ ਮਹਾਰਾਜ ਸਾਡੇ ਪਿੰਡ ਅਜੇ ਸਾਡੀ ਸੰਗਤਾਂ ਦੀ ਇੱਛਾ ਪੂਰੀ ਕਰੋ, ਹੋਰ ਚੱਲ ਕੇ ਉੱਥੇ ਦਰਸ਼ਨ ਦਿਓ। ਗਮਨ ਕਰੋ ਨਿਜ ਬਿਲਮ ਬਹੀਨ। ਹੁਣ ਦੇਰੀ ਨਾ ਕਰੋ ਮਹਾਰਾਜ। ਇੱਥੇ ਆਪ ਜੀ ਨੇ ਸਾਰਾ ਕਾਰਜ ਫਤਿਹ ਕਰ ਲਿਆ, ਜੰਗ ਜੁੱਧ ਜਿੱਤ ਲਿਆ। ਹੁਣ ਵਾਪਸ ਚੱਲੀਏ, ਪਿੰਡ ਸਾਡੇ ਕਾਂਗੜ ਵਿੱਚ ਚਰਨ ਪਾਈਏ। ਇਸ ਥਲ ਕੋ ਆਗਵਾਨ ਕੇ ਕਾਰਜ। ਮਹਾਰਾਜ ਇੱਥੇ ਜਿਹੜਾ ਆਉਣ ਦਾ ਕੰਮ ਸੀਗਾ ਉਹ ਸੀ ਜੰਗ ਜਿੱਤਣਾ, ਯੁੱਧ ਕਰਨਾ। ਉਹ ਆਪ ਜੀ ਨੇ ਜੰਗ ਫਤਿਹ ਕਰ ਲਿਆ। ਇੱਥੇ ਜੰਗ ਲੜਨਾ ਸੀ ਸੋ ਲੜ ਲਿਆ ਹੈ, ਜਿੱਤ ਲਿਆ ਹੈ। ਕਰ ਕੈ ਜੰਗ ਫਤਿਹ ਬਡਲੀਨ। ਆਪ ਜੀ ਨੇ ਯੁੱਧ ਕਰਕੇ ਫਤਿਹ ਆਬੀ ਹਾਸਲ ਕੀਤੀ ਹੈ। ਅਸ਼ਟ ਦਿਵਸ ਅਬ ਬੀਤ ਗਏ ਥਿਤ। ਇਹ ਸੱਚੇ ਪਾਤਸ਼ਾਹ ਜੀ ਜੰਗ ਕੀਤਿਆਂ ਵੀ 8 ਦਿਨ ਬੀਤ ਗਏ ਨੇ।
ਜਿਹੜੇ ਸਿੱਖਾਂ ਨੂੰ ਸੱਟਾਂ ਲੱਗੀਆਂ ਸਨ ਉਹ ਵੀ ਹੁਣ ਠੀਕ ਹੋ ਗਏ ਨੇ, ਤੇ ਮਹਾਰਾਜ ਹੁਣ ਇੱਥੋਂ ਚੱਲਣਾ ਚਾਹੀਦਾ ਹੈ। ਰਿਪਨ ਪ੍ਰਤੀਖਨ ਰਹੇ ਪ੍ਰਬੀਨ, ਵੈਰੀ ਨੂੰ ਉਡੀਕ ਲਿਆ, ਹੋਰ ਉਹਨਾਂ ਨੇ ਕੋਈ ਨਹੀਂ ਆਉਣਾ। ਜੇ ਆਉਣਾ ਹੁੰਦਾ ਤੇ ਹੁਣ ਨੂੰ ਉਹਨਾਂ ਨੇ ਫੌਜਾਂ ਹੋਰ ਭੇਜ ਦੇਣੀਆਂ ਸੀ, ਪਰ ਉਹ ਹੁਣ ਹਾਰ ਗਏ ਨੇ, ਥੱਕ ਗਏ ਨੇ ਜੰਗ ਕਰਕੇ। ਉਹਨਾਂ ਨੇ ਹੁਣ ਗੁਰੂ ਘਰ ਨਾਲ ਮੱਥਾ ਨਹੀਂ ਲਾਣਾ। ਸਤਿਗੁਰੂ ਜੀ ਸ਼ਾਹੋ ਜਹਾਂ ਮਹਿਮਾ ਤੁਮ ਲਖ ਕਰ, ਸ਼ਾਹਜਹਾਨ ਬਾਦਸ਼ਾਹ ਦੀਆਂ ਵੀ ਅੱਖਾਂ ਖੁੱਲ ਗਈਆਂ ਨੇ, ਤੁਹਾਡੀ ਮਹਿਮਾ ਨੂੰ ਜਾਣ ਕੇ ਚੁੱਪ ਕਰਕੇ ਬੈਠ ਗਿਆ। ਸ਼ਾਹਜਹਾਨ ਹਟਕ ਰਹਿਓ ਹੋਏ ਜਾਨੀ ਜਾਏ, ਉਹਨੂੰ ਪਤਾ ਲੱਗ ਗਿਆ ਵੀ ਗੁਰੂ ਘਰ ਨਾਲ ਮੱਥਾ ਲਾ ਕੇ ਮੇਰੀ ਜਿੱਤ ਨਹੀਂ ਹੋ ਸਕਦੀ, ਖਾਮਖਾ ਆਪਣੀ ਹਾਰ ਕਰਵਾਉਂਦਾ ਹਾਂ, ਬੇਇੱਜ਼ਤੀ ਕਰਵਾਉਂਦਾ ਹਾਂ, ਤੇ ਬੰਦੇ ਵੀ ਆਪਣੇ ਬਹੁਤ ਮਰਦੇ ਹਨ। ਇਸ ਕਰਕੇ ਬਾਦਸ਼ਾਹ ਹੁਣ ਲੜ ਕੇ ਹਾਰ ਗਿਆ ਹੈ, ਅੱਗੇ ਨੂੰ ਜੰਗ ਕਰਨ ਦੀ ਸੋਚੇਗਾ ਨਹੀਂ। ਬੈਰ ਬਿਸਾਰ ਸ਼ਾਂਤ ਮਨ ਕੀਨਸ, ਇਹ ਸੱਚੇ ਪਾਤਸ਼ਾਹ ਜੀ, ਬਾਦਸ਼ਾਹ ਨੇ ਹੁਣ ਗੁਰੂ ਘਰ ਨਾਲੋਂ ਵੈਰ ਵਿਰੋਧ ਖਤਮ ਕਰ ਲਿਆ ਹੈ, ਉਹਦਾ ਮਨ ਹੁਣ ਸ਼ਾਂਤ ਹੋ ਗਿਆ ਹੈ। ਜਾਂ ਤੇ ਲਸ਼ਕਰ ਨਹਿ ਚੜ ਆਏ, ਇਸੇ ਕਰਕੇ ਉਹਨੇ ਹੋਰ ਫੌਜਾਂ ਨਹੀਂ ਭੇਜੀਆਂ। ਜੇ ਉਹਦੇ ਮਨ 'ਚ ਅਜੇ ਗੁੱਸਾ ਹੁੰਦਾ ਜਾਂ ਉਹਦਾ ਗੁੱਸਾ ਅਜੇ ਠੰਡਾ ਨਾ ਹੁੰਦਾ ਤੇ ਉਹਨੇ ਹੋਰ ਫੌਜਾਂ ਭੇਜ ਦੇਣੀਆਂ ਸੀ। 8 ਦਿਨ ਬੜੇ ਹੁੰਦੇ ਆ, 8 ਦਿਨ ਹੋ ਗਏ ਸਾਨੂੰ ਜੰਗ ਤੋਂ ਬਾਅਦ ਇੱਥੇ ਬੈਠਿਆਂ ਨੂੰ, ਅਜੇ ਤੱਕ ਤਾਂ ਕੋਈ ਕੁਸਕਿਆ ਨਹੀਂ। ਤੇ ਜੇ ਕੋਈ ਆਵੇਗਾ ਵੀ ਤੇ ਫਿਰ ਆਪਾਂ ਹੋਰ ਕਿਸੇ ਜਗ੍ਹਾ ਤੇ ਜਾ ਕੇ ਉਹਦਾ ਮੁਕਾਬਲਾ ਕਰ ਸਕਦੇ ਹਾਂ। ਇਸ ਕਰਕੇ ਗੁਰੂ ਜੀ ਇੱਥੋਂ ਹੁਣ ਚੱਲਣਾ ਚਾਹੀਦਾ ਹੈ। ਨਾਹੇ ਤਾਂ ਅਬਲੋ ਕਈ ਹਜ਼ਾਰ ਹੋ, ਜੇ ਬਾਦਸ਼ਾਹ ਦਾ ਗੁੱਸਾ ਨਾ ਠੰਡਾ ਹੁੰਦਾ ਹੁਣ ਨੂੰ ਉਹਨੇ ਕਈ ਹਜ਼ਾਰ ਫੌਜ ਹੋਰ ਭੇਜ ਦੇਣੀ ਸੀ। ਫਿਰੇ ਹੋਤੇ ਜੋ ਦਾਸ ਮਦਾਏ, ਹੁਣ ਨੂੰ ਤੇ ਜੰਗ ਸ਼ੁਰੂ ਹੋਣਾ ਸੀ, ਬੜੇ ਬੜੇ ਸੂਰਮੇ ਲੜ ਰਹੇ ਹੋਣੇ ਸਨ, ਖੰਡਾ ਖੜਕ ਰਿਹਾ ਹੋਣਾ ਸੀ। ਪਰ ਮਹਾਰਾਜ ਲੱਗਦਾ ਹੈ ਬਾਦਸ਼ਾਹ ਦਾ ਮੱਚ ਮਰ ਗਿਆ ਹੈ, ਉਹਨੂੰ ਹੁਣ ਲੜਾਈ ਕਰਨ ਦੀ ਉਹਦੇ 'ਚ ਜ਼ੁਰਤ ਨਹੀਂ ਤੁਹਾਡੇ ਨਾਲ। ਸੈਨਾ ਮਰਤ ਹੋਤ ਸੰਗਰਾਮੂ, ਮਹਾਰਾਜ ਹੋਰ ਫੌਜਾਂ ਮਰਨੀਆਂ ਸੀ, ਹੋਰ ਯੁੱਧ ਹੋਣਾ ਸੀ। ਬਾਦਸ਼ਾਹ ਨੇ ਸਿਆਣਪ ਕੀਤੀ ਹੈ, ਲੱਗਦਾ ਉਹਨੇ ਆਪਣਾ ਜੰਗ ਯੁੱਧ ਅੱਗੇ ਕਰਨ ਦਾ, ਲੜਾਈ ਨੂੰ ਲੰਮਾ ਕਰਨ ਦਾ ਖਿਆਲ ਛੱਡ ਦਿੱਤਾ ਹੈ। ਤੁਮ ਪ੍ਰਤਾਪ ਤੇ ਦੇਤ ਖਪਾਏ, ਤੁਹਾਡੀ ਕਿਰਪਾ ਨਾਲ ਮਹਾਰਾਜ ਜੇ ਹੋਰ ਫੌਜਾਂ ਆਉਂਦੀਆਂ ਤੇ ਅਸੀਂ ਖਪਾ ਦੇਣੀਆਂ ਸੀ। ਤੁਹਾਡੀ ਕਿਰਪਾ ਨਾਲ ਅਸੀਂ ਉਹਨਾਂ ਦੇ ਵੀ ਮੂੰਹ ਭੰਨ ਦੇਣੇ ਸੀ, ਪਰ ਹੁਣ ਉਹ ਭੇਜਦਾ ਹੀ ਨਹੀਂ ਤੇ ਕੀ ਕਰੀਏ। ਬਹੁਤਾ ਚਿਰ ਇੱਥੇ ਉਡੀਕਿਆ ਨਹੀਂ ਜਾ ਸਕਦਾ ਬਾਦਸ਼ਾਹ ਨੂੰ। ਜੁਗ ਪ੍ਰਾਤਨ ਕੀ ਸ਼ਰਧਾ ਲਖ ਕਰ, ਦੋਵਾਂ ਭਾਈਆਂ ਦੀ ਇਹ ਸ਼ਰਧਾ ਭਰੀ ਬੇਨਤੀ ਸੁਣ ਕੇ ਭਏ ਪ੍ਰਸੰਨ ਬਿਲੰਦ ਕਿਰਪਾਲ, ਮਹਾਰਾਜ ਬੜੇ ਪ੍ਰਸੰਨ ਹੋਏ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੋਵਾਂ ਭਾਈਆਂ ਤੇ ਕਿਰਪਾ ਕਰਦੇ ਹਨ। ਚਲੈ ਤੁਮਾਰੇ ਪੁਰ ਇੱਕ ਬਾਰ ਹੈ, ਕਹਿਣ ਲੱਗੇ ਠੀਕ ਹੈ ਭਾਈ ਜੋਧ ਸ਼ਾਹ, ਇੱਕ ਵਾਰੀ ਤੁਹਾਡੇ ਪਿੰਡ ਚੱਲਾਂਗੇ। ਹਾਂਜੀ, ਰਹਿ ਕਿਤਕ ਦਿਨ ਮਿਲਣ ਵਿਸਾਲ, ਹਾਂ ਕੁਝ ਦਿਨ ਉੱਥੇ ਰਵਾਂਗੇ, ਕੁਝ ਦਿਨ ਤੁਹਾਡੇ ਕੋਲ ਰਹਿ ਕੇ ਮੇਲ ਮਿਲਾਪ ਕਰਕੇ ਫਿਰ ਅੱਗੇ ਨੂੰ ਤੁਰਾਂਗੇ। ਇਮ ਕਹਿ ਗਮਨ ਕੀਨ ਤਿਨ ਕੇਰਾ, ਇਸ ਤਰ੍ਹਾਂ ਕਹਿ ਕੇ ਮਹਾਰਾਜ ਨੇ ਦੀਨੇ ਕਾਂਗੜ ਵੱਲ ਮੂੰਹ ਕਰ ਲਿਆ ਹੈ। ਮਹਾਰਾਜ ਤੋਂ ਫਿਰ ਕਾਂਗੜ ਨੂੰ ਚੱਲ ਪਏ ਹਨ। ਬਸੇ ਤਹਾਂ ਸੋ ਜਾਮਨ ਟਾਲ, ਉਹ ਰਾਤ ਤਾਂ ਗੁਰੂ ਜੀ ਉੱਥੇ ਹੀ ਰਹੇ ਨੇ, ਅਗਲੇ ਦਿਨ ਤੁਰਨਾ ਸੀ। ਉਹ ਰਾਤ ਤਾਂ ਫਿਰ ਗੁਰੂ ਸਾਹਿਬ ਮਹਾਰਾਜ ਹੀ ਕੱਟੀ ਹੈ ਤੇ ਅਗਲੇ ਦਿਨ ਦੀਆਂ ਤਿਆਰੀਆਂ ਕਰਨ ਦਾ ਹੁਕਮ ਦੇ ਦਿੱਤਾ ਹੈ। ਪ੍ਰਾਤ ਭਏ ਤੇ ਦੁੰਦਬ ਬਾਜੋ, ਅਗਲੇ ਹੀ ਸਵੇਰ ਅੰਮ੍ਰਿਤ ਵੇਲੇ ਨਿਤਨੇਮ ਤੋਂ ਬਾਅਦ ਨਗਾਰੇ ਤੇ ਚੋਭਾਂ ਲੱਗ ਗਈਆਂ, ਕੂਚ ਦਾ ਨਗਾਰਾ ਵੱਜਿਆ ਹੈ। ਪਰੇ ਹੈਨ ਪਰ ਜੀਨ ਉਤਾਲ, ਗੁਰੂ ਦੀਆਂ ਫੌਜਾਂ ਨੇ ਘੋੜਿਆਂ ਤੇ ਕਾਠੀਆਂ ਪਾ ਲਈਆਂ ਨੇ ਤੇ ਤਿਆਰ ਬਰ ਤਿਆਰ ਹੋ ਕੇ ਫੌਜਾਂ ਚਾਲਾ ਪਾ ਦਿੱਤਾ ਹੈ। ਤੁਰੰਗ ਜਾਨ ਭਾਈ ਪਰ ਸੁੰਦਰ, ਸੱਚੇ ਪਾਤਸ਼ਾਹ ਵੀ ਜਾਨ ਭਾਈ ਘੋੜਾ ਜਿਹੜਾ ਦਿਲਬਾਗ ਘੋੜਾ ਸੀਗਾ, ਬਿਧੀ ਚੰਦ ਜੀ ਦੂਜੀ ਵਾਰੀ ਲੈ ਕੇ ਆਏ ਸੀ, ਉਸ ਘੋੜੇ ਤੇ ਸਵਾਰ ਹੋਏ ਹਨ। ਕਿਉਂਕਿ ਪਹਿਲਾ ਘੋੜਾ ਜਿਹੜਾ ਸੀ ਗੁਲਬਾਗ, ਉਹਦਾ ਗੁਰੂ ਜੀ ਨੇ ਨਾਮ ਸੁਹੇਲਾ ਰੱਖਿਆ ਸੀ, ਦਿਲਬਾਗ ਦਾ ਨਾਮ ਜਾਨ ਭਾਈ ਰੱਖਿਆ ਸੀ। ਸੁਹੇਲਾ ਘੋੜਾ ਜਦੋਂ ਲੱਲਾ ਬੇਗ ਨਾਲ ਗੁਰੂ ਸਾਹਿਬ ਯੁੱਧ ਕਰ ਰਹੇ ਸਨ ਉਦੋਂ ਸ਼ਹੀਦ ਹੋ ਗਿਆ। ਦੂਜਾ ਘੋੜਾ ਜਾਨ ਭਾਈ ਹੈ। ਜਾਨ ਭਾਈ ਘੋੜੇ ਤੇ ਗੁਰੂ ਸਾਹਿਬ ਸਵਾਰ ਹੋ ਕੇ ਦੀਨੇ ਕਾਂਗੜ ਨੂੰ ਤੁਰ ਪਏ ਹਨ। ਸੁਵਰਨ ਜਟਤ ਜੀਨ ਤਬ ਪਾਏ, ਸੋਨੇ ਜਿਹੜੀ ਬੜੀ ਸੋਹਣੀ ਕੀਮਤੀ ਕਾਠੀ ਜਿਹ 'ਚ ਹੀਰੇ ਮੋਤੀ ਜਗਮਗ ਜਗਮਗ ਕਰਦੇ ਹਨ, ਬੜੀ ਕੀਮਤੀ ਕਾਠੀ ਘੋੜੇ ਤੇ ਪਾਈ ਹੈ।
ਸਭ ਭੂਖਨ ਪਹਿਰਾਵਨ ਕੀਨੇ। ਉਸ ਘੋੜੇ ਨੂੰ ਬੜੇ ਸੋਹਣੇ ਗਹਿਣੇ ਹਮੇਲਾਂ ਵਗੈਰਾ ਪਾਈਆਂ, ਬਹੁਤ ਸੋਹਣਾ ਲੱਗਦਾ ਹੈ। ਕਰਿਓ ਸ਼ਿੰਗਾਰਨ ਰੁਚਰ ਬਨਾਏ। ਘੋੜੇ ਨੂੰ ਸੇਵਾਦਾਰਾਂ ਨੇ ਸ਼ਿੰਗਾਰ ਕੇ ਤਿਆਰ ਕੀਤਾ, ਸੋਹਣੀ ਕਾਠੀ ਪਾਈ ਹੈ, ਸੋਹਣੀ ਦੁਮਚੀ ਪਾਈ ਹੈ, ਸੋਹਣੀਆਂ ਰਕਾਬਾਂ ਹਨ, ਸੋਹਣੀ ਲਗਾਮ ਹੈ, ਸੋਹਣੀਆਂ ਹਮੇਲਾਂ ਹਨ, ਕਲਗੀ ਲਾਈ ਹੈ ਘੋੜੇ ਦੇ ਮੱਥੇ ਤੇ। ਹਰ ਤਰ੍ਹਾਂ ਨਾਲ ਜਿੰਨੀ ਘੋੜੇ ਦੀ ਸਜਾਵਟ ਹੋਣੀ ਚਾਹੀਦੀ ਹੈ ਪੂਰੀ ਉਹਦੇ ਸਜਾਵਟ ਕੀਤੀ ਹੈ। ਸ੍ਰੀ ਹਰਗੋਬਿੰਦ ਬਸਤਰ ਸ਼ਸਤਰ ਸੁਭ। ਇਧਰ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਸੋਹਣੇ ਬਸਤਰ ਸ਼ਸਤਰ ਪਹਿਨ ਕੇ ਤਿਆਰ ਹੋਏ ਹਨ। ਸੁਜਤ ਭੂਖਨ ਤਨ ਸਮਦਾਏ। ਸੋਹਣੇ ਕੱਪੜੇ ਸੋਹਣੇ ਗਹਿਣੇ ਪਾ ਕੇ ਗੁਰੂ ਜੀ ਤਿਆਰ ਹੋਏ ਹਨ। ਭੈ ਅਰੂਡਨ ਗਮਨ ਕੀਨ ਤਬ। ਮਹਾਰਾਜ ਘੋੜੇ ਤੇ ਸਵਾਰ ਹੋਏ ਜਾਨ ਭਾਈ ਤੇ ਉਥੋਂ ਵਾਗਾਂ ਚੁੱਕੀਆਂ ਤੇ ਦੀਨੇ ਕਾਂਗੜ ਵੱਲ ਮੂੰਹ ਕਰ ਲਿਆ ਹੈ। ਚੜੀ ਬਾਹਨੀ ਧੁੰਦ ਬਵਾਏ। ਗੁਰੂ ਦੀਆਂ ਫੌਜਾਂ ਨਗਾਰੇ ਚੋਭਾਂ ਲਾ ਕੇ ਨਿਸ਼ਾਨ ਸਾਹਿਬਾਂ ਦੇ ਫਰਲੇ ਖੋਲ ਦਿੱਤੇ ਹਨ ਅਤੇ ਸਾਰੀ ਫੌਜ ਕਾਂਗੜ ਨੂੰ ਜਾ ਰਹੀ ਹੈ। ਗ੍ਰਾਮ ਨਿਥਾਣਾ ਹੁਤੋ ਨਿਕਟ ਹੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਦੇ ਨੇੜੇ ਹੀ ਇੱਕ ਪਿੰਡ ਸੀ, ਉਹਦਾ ਨਾਮ ਸੀ ਨਿਥਾਣਾ, ਹੁਣ ਵੀ ਹੈ। ਨਿਥਾਣਾ ਪਿੰਡ ਰਸਤੇ 'ਚ ਪੈਂਦਾ ਸੀ। ਤਿਸ ਮਹਿ ਕਾਲੂ ਨਾਥ ਰਹੰਤ। ਉੱਥੇ ਇੱਕ ਮਹਾਂਪੁਰਸ਼ ਨਾਥ ਰਹਿੰਦੇ ਸੀ। ਨਾਥ ਪੰਥੀਆਂ ਵਿੱਚੋਂ ਗੋਰਖਨਾਥ ਜੀ ਦੀ ਸੰਪਰਦਾ ਨੂੰ ਨਾਥ ਪੰਥ ਕਹਿੰਦੇ ਆ। ਇਹ ਨਾਥ ਜਿਹੜੇ ਕੰਨ ਪਾਟੇ ਨਾਥ ਕਹਿੰਦੇ ਆ, ਉਹਨਾਂ ਵਿੱਚੋਂ ਕਾਲੂ ਨਾਥ ਮਹਾਂਪੁਰਸ਼ ਸਾਧੂ ਨਥਾਣੇ ਪਿੰਡ ਵਿੱਚ ਰਹਿੰਦਾ ਸੀ। ਇੱਕ ਨਰ ਪਠਿਓ ਕਹਿਓ ਸ੍ਰੀ ਸਤਗੁਰ। ਗੁਰੂ ਸਾਹਿਬ ਨੇ ਪਹਿਲਾਂ ਹੀ ਇੱਕ ਸਿੱਖ ਨੂੰ ਭੇਜ ਦਿੱਤਾ ਉਹਦੇ ਕੋਲ ਤੇ ਉਹਨੂੰ ਕਹਿ ਵੀ ਖਬਰ ਦੇ ਦੇ ਜਾ ਕੇ ਵੀ ਸੰਤਾਂ ਨੂੰ ਤੈਨੂੰ ਮਿਲਣ ਆ ਰਹੇ। ਉਹ ਵੀ ਗੁਰੂ ਸਾਹਿਬ ਨੂੰ ਯਾਦ ਕਰਦਾ ਸੀ ਵੀ ਗੁਰੂ ਸਾਹਿਬ ਜਦੋਂ ਆਉਣਗੇ ਮੇਰੇ ਕੋਲ ਆਉਣ, ਦਰਸ਼ਨ ਦੇਣ। ਤੇ ਗੁਰੂ ਸਾਹਿਬ ਵੀ ਸਾਧੂ ਸੰਤਾਂ ਮਹਾਂਪੁਰਸ਼ਾਂ ਨੂੰ ਦਰਸ਼ਨ ਦਿੰਦੇ ਸਨ। ਜਿਹੋ ਜਿਹੀ ਕੋਈ ਭਾਵਨਾ ਰੱਖੇ ਉਹਦੇ ਕੋਲ ਜਾਂਦੇ ਸਨ। ਇਹ ਨਹੀਂ ਸੀ ਦੇਖਦੇ ਵੀ ਕਿਹੜੀ ਸੰਪਰਦਾ ਦਾ ਹੈ, ਅੰਦਰੋਂ ਭਿੱਜਿਆ ਹੋਇਆ ਪ੍ਰੇਮ ਹੈ, ਸ਼ਰਧਾ ਹੈ, ਭਗਤੀ, ਜ਼ਰੂਰ ਦਰਸ਼ਨ ਦਿੰਦੇ ਸਨ। ਉਹ ਨਾਥ ਸੰਪਰਦਾ ਨਾਥ ਸੀਗਾ। ਉਹਦੇ ਕੋਲ ਗੁਰੂ ਸਾਹਿਬ ਨੇ ਸੁਨੇਹਾ ਭੇਜ ਦਿੱਤਾ, ਸਿੱਖ ਨੂੰ ਭੇਜਿਆ ਹੈ। ਤਿਸ ਕੋ ਪਰਖ ਹੋ ਜਾਏ ਇਕੰਤ। ਸਿੱਖ ਨੂੰ ਕਿਹਾ ਵੀ ਜਾ ਕੇ ਉਹਨੂੰ ਪਰਖ ਲਈ ਤੇ ਉਹਨੂੰ ਦੱਸ ਦਈ ਵੀ ਗੁਰੂ ਸਾਹਿਬ ਆ ਰਹੇ ਨੇ। ਹਮਰੀ ਸੁਧ ਦੇਹੁ ਵਹਿਰ ਸਿਵਰ ਹੋਏ। ਉਹਨੂੰ ਕਹਿ ਦਈ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਆ ਰਹੇ ਨੇ ਤੇ ਤੇਰੇ ਡੇਰੇ ਤੇ ਨੇੜੇ ਉਹਨਾਂ ਨੇ ਬਾਹਰ ਡੇਰਾ ਕਰਨਾ ਹੈ, ਕੈਂਪ ਲਾਣਾ ਫੌਜ ਦਾ, ਤੇ ਤੈਨੂੰ ਮਿਲਣਗੇ ਆ ਕੇ। ਮਿਲਹਿ ਆਨ ਇਹ ਲਖੋ ਮਤੰਤ। ਕਾਲੂ ਨਾਥ ਨੂੰ ਦੱਸਦੀ ਵੀ ਗੁਰੂ ਹਰਗੋਬਿੰਦ ਸਾਹਿਬ ਤੈਨੂੰ ਮਿਲਣ ਵਾਸਤੇ ਆ ਰਹੇ ਨੇ। ਸੁਨ ਗਮਨਿਓ ਗੁਰ ਤੇ ਸੋ ਪੂਰਬ। ਸੋ ਸਾਧ ਸੰਗਤ ਜੀ, ਸਿੱਖ ਘੋੜੇ ਤੇ ਛੇਤੀ ਨਾਲ ਪਹਿਲਾਂ ਹੀ ਗੁਰੂ ਸਾਹਿਬ ਤੋਂ ਤੁਰ ਗਿਆ ਤਾਂ ਕਿ ਅੱਗੇ ਬਾਬੇ ਕਾਲੂ ਨਾਥ ਨੂੰ ਖਬਰ ਕਰ ਸਕੇ। ਹਿਰਦੈ ਮਨੋਰਥ ਕੋਚਤਵੰਤ। ਮਨ ਵਿੱਚ ਉਸ ਸਿੱਖ ਨੇ ਫੁਰਨਾ ਕੀਤਾ ਵੀ ਮੈਂ ਕਾਲੂ ਨਾਥ ਨੂੰ ਪਰਖਾਂ ਕਿਵੇਂ, ਕਿ ਉਹਦੇ ਕੋਲ ਕੋਈ ਕਰਾਮਾਤ, ਕੋਈ ਸ਼ਕਤੀ, ਕੋਈ ਸਾਧਨਾ, ਕੋਈ ਜਪ ਤਪ ਹੈ। ਕਿਉਂਕਿ ਜਿਹੜੇ ਸਾਧੂ ਮਹਾਂਪੁਰਸ਼ ਹੁੰਦੇ ਆ, ਭਗਤੀ ਕੀਤੀ ਹੁੰਦੀ ਹੈ, ਵਾਹਿਗੁਰੂ ਨਾਲ ਜੁੜੇ ਹੁੰਦੇ ਆ, ਉਹਨਾਂ ਦੀਆਂ ਕੋਈ ਵੱਖਰੀਆਂ ਨਿਸ਼ਾਨੀਆਂ ਵੀ ਹੁੰਦੀਆਂ। ਜਿਹੜੇ ਜਗਿਆਸੂ ਹੁੰਦੇ ਉਹਨਾਂ ਤੇ ਕਈ ਵਾਰੀ ਸ਼ੰਕਾ ਵੀ ਕਰ ਲੈਂਦੇ ਵੀ ਪਰਖ ਤਾਂ ਲਈਏ, ਪੱਲੇ ਹੈ ਵੀ ਹੈ ਕਿ ਐਵੇਂ ਹੀ ਕੋਈ ਪਿੰਡੇ ਨੂੰ ਸਵਾਹ ਮਲ ਕੇ ਨਾਥ ਬਣਿਆ ਹੋਇਆ, ਬਾਹਰ ਬਾਣਾ ਹੀ ਬਾਣਾ ਕਿ ਕੋਈ ਕਮਾਈ ਵੀ ਹੈ। ਏਦਾਂ ਮਨ ਵਿੱਚ ਸਿੱਖ ਨੇ ਫੁਰਨਾ ਕੀਤਾ। ਤੈਨੂੰ ਗੌਰ ਦੂਧ ਕੋ ਦੋਹ ਕਰ। ਮਨ 'ਚ ਇਹ ਫੁਰਨਾ ਕੀਤਾ ਵੀ ਜੇ ਮੈਂ ਬਾਬਾ ਕਾਲੂ ਨਾਥ ਕੋਈ ਸ਼ਕਤੀ ਵਾਲਾ ਹੈ ਤੇ ਉਹ ਮੈਨੂੰ ਚਿੱਟੀ ਗੋਰੀ ਗਾਂ ਦਾ ਦੁੱਧ ਚੋ ਕੇ ਗਰਮ ਕਰਕੇ ਪਿਆਵੇ। ਠੰਡ ਦਾ ਮੌਸਮ ਸੀ ਨਾ, ਇਹ ਲੜਾਈ ਹੋਈ ਹੈ ਸਾਧ ਸੰਗਤ ਜੀ ਆ ਇਹਨਾਂ ਦਿਨਾਂ ਵਿੱਚ, ਸਰਦੀ ਦੇ ਦਿਨਾਂ ਵਿੱਚ ਬੜੀ ਠੰਡ, ਪਾਲਾ ਪੈ ਰਿਹਾ ਸੀ, ਪੋਹ ਮਾਘ ਦੇ ਦਿਨ ਸੀਗੇ। ਹਫ਼ਤਾ ਬਾਅਦ ਗੁਰੂ ਸਾਹਿਬ ਨਥਾਣੇ ਗਏ ਨੇ, ਉਦੋਂ ਵੀ ਠੰਡ ਹੀ ਸੀ। ਤੋ ਸਿੱਖ ਨੇ ਸੋਚਿਆ ਵੀ ਮੈਨੂੰ ਠੰਡ ਵੀ ਲੱਗ ਰਹੀ ਹੈ, ਜੇ ਤੱਤਾ ਦੁੱਧ, ਗਾਂ ਦਾ ਦੁੱਧ ਪਿਆਵੇ ਨਾ ਬਾਬਾ ਕਾਲੂ ਨਾਥ, ਫਿਰ ਸਮਝਾਂਗਾ ਵੀ ਇਹਨੂੰ ਅੰਤਰਜਾਮਤਾ ਕੋਈ ਹੈ ਇਹਦੇ ਪੱਲੇ। ਮੋਹਿ ਕਰਾਵਹਿ ਪਾਨ ਜਲ ਲਿਆਏ। ਸਿੱਖ ਨੇ ਮਨ 'ਚੋਂ ਸੋਚਿਆ ਵੀ ਜੇ ਬਾਬਾ ਕਾਲੂ ਨਾਥ ਮੈਨੂੰ ਦੁੱਧ ਪਿਆਵੇ, ਉਹ ਵੀ ਗਰਮ ਕਰਕੇ ਗੋਰੀ ਗਾਂ ਦਾ, ਤੇ ਫਿਰ ਮੈਂ ਸਮਝਾਂਗਾ ਵੀ ਇਹ ਬਾਬਾ ਕਾਲੂ ਨਾਥ ਕੋਈ ਸ਼ਕਤੀ ਵਾਲਾ ਪੁਰਸ਼ ਹੈ।
ਤੋ ਅਜਮਤ ਜੁਤ ਨਾਥ ਪਛਾਨੋ। ਤਾਂ ਮੈਂ ਉਹਨੂੰ ਪਛਾਣਾਂਗਾ ਵੀ ਕੋਈ ਕਰਾਮਾਤ, ਕੋਈ ਅਜਮਤ, ਕੋਈ ਪਾਵਰ, ਕੋਈ ਸ਼ਕਤੀ ਉਹਦੇ ਕੋਲ ਹੈ। ਪਹੁੰਚਿਓ ਨਿਕਟ ਚਿਤਵ ਇਸ ਭਾਏ। ਇਸ ਤਰ੍ਹਾਂ ਚਿਤਵ ਕੇ ਨਾ ਇਦਾਂ ਸੋਚ ਕੇ ਉਹ ਜਿਹੜਾ ਸਿੱਖ ਸੀਗਾ ਬਾਬਾ ਕਾਲੂ ਨਾਥ ਦੇ ਡੇਰੇ 'ਚ ਪਹੁੰਚ ਗਿਆ। ਮਿਲਿਓ ਜਾਏ ਕਰ ਬੰਧਨ ਬੈਠਿਓ। ਜਾ ਕੇ ਬਾਬੇ ਕਾਲੂ ਨਾਥ ਨੂੰ ਮੱਥਾ ਟੇਕਿਆ ਸਿੱਖ ਨੇ ਤੇ ਹੱਥ ਜੋੜ ਕੇ ਨਮਸਕਾਰ ਕਰਕੇ ਬੈਠ ਗਿਆ। ਤਬ ਕਾਲੂ ਉਰ ਮਹਿ ਲਖ ਪਾਏ। ਤੇ ਬਾਬਾ ਕਾਲੂ ਨਾਥ ਆਪਣੇ ਧੂਣੇ ਤੇ ਬੈਠਾ ਤਪੱਸਿਆ ਕਰ ਰਿਹਾ ਸੀਗਾ। ਉਹਨੇ ਜਾਣ ਲਿਆ ਵੀ ਸਿੱਖ ਦੇ ਮਨ 'ਚ ਕੀ ਫੁਰਨਾ ਹੈ। ਕਰ ਸਨਮਾਨ ਬੂਝ ਕਰ ਗਾਥਾ। ਉਹਨੇ ਬੜੇ ਸਨਮਾਨ ਨਾਲ ਪੁੱਛਿਆ, ਆਓ ਗੁਰੂ ਕੇ ਪਿਆਰਿਓ, ਸਾਡੇ ਸਤਿਗੁਰਾਂ ਦਾ ਕੀ ਹਾਲ ਹੈ? ਮਹਾਰਾਜ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ, ਉਹਨਾਂ ਬਾਰੇ ਦੱਸੋ। ਜਥਾ ਤੁਰਕ ਕਮਸਾਨ ਮਚਾਏ। ਸੁਣਿਆ ਵੀ ਤੁਰਕਾਂ ਦੀ ਫੌਜ ਆਈ ਸੀ ਤੇ ਸਾਡੇ ਗੁਰੂ ਜੀ ਨੇ ਉਹਨਾਂ ਦੇ ਦੰਦ ਬੜੇ ਖੱਟੇ ਕੀਤੇ ਆ। ਬਹੁਤ ਤੁਰਕਾਂ ਦੀ ਫੌਜ ਮਾਰੀ ਹੈ ਜੰਗ ਦੇ ਵਿੱਚ, ਖਬਰਾਂ ਪਹੁੰਚੀਆਂ ਮੇਰੇ ਕੋਲ। ਪੁਨਠ ਗੌਰ ਬਰਨ ਕੀ ਸੁਰਬੀ। ਏਦਾਂ ਨਾਲੇ ਤਾਂ ਕਾਲੂ ਨਾਥ ਉਸ ਸਿੱਖ ਨਾਲ ਗੱਲਾਂ ਕਰਦਾ ਰਿਹਾ ਤੇ ਨਾਲੇ ਉਹਨੇ ਜਿਹੜੀ ਚਿੱਟੇ ਰੰਗ ਦੀ ਗਾਂ ਰੱਖੀ ਹੋਈ ਸੀ ਨਾ ਆਪਣੇ ਕੁਟੀਆ ਵਿੱਚ, ਛੋਟਾ ਜਿਹਾ ਡੇਰਾ ਸੀ ਉਹਦਾ। ਇਹ ਜਿਹੜੇ ਨਾਥ ਹੁੰਦੇ ਸੀ ਨਾ, ਪਹਿਲਾਂ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਪੰਜਾਬ ਦੇ ਵਿੱਚ ਨਾਥਾਂ ਦੇ ਡੇਰੇ ਬਹੁਤ ਸੀ। ਅਜੇ ਵੀ ਮਾਲਵੇ ਦੇ ਵਿੱਚ ਸਾਧ ਸੰਗਤ ਜੀ 700 ਸਾਲ 800 ਸਾਲ ਪੁਰਾਣੇ ਡੇਰੇ ਅਸੀਂ ਦੇਖੇ। ਪੰਜਾਬ ਦੇ ਵਿੱਚ ਨਾਥਾਂ ਦਾ ਬੜਾ ਜ਼ੋਰ ਸੀ, ਜੋਗੀਆਂ ਦਾ। ਸੋ ਕਾਲੂ ਨਾਥ ਉੱਠਿਆ ਤੇ ਆਪਣੀ ਕੁਟੀਆ ਵਿੱਚ ਆਪਣੇ ਡੇਰੇ ਜਿਹੜੀ ਉਹਨੇ ਗਾਂ ਰੱਖੀ ਹੋਈ ਸੀ ਉਹ ਚੋ ਲਈ। ਤੇਹ ਦਿਖਾਏ ਕਰ ਦੋਹਨ ਕੀਨ। ਉਹ ਸਿੱਖ ਦੇ ਸਾਹਮਣੇ ਚੋਈ ਤਾਜ਼ਾ ਦੁੱਧ ਚੋਇਆ। ਉਸੇ ਵੇਲੇ ਬੱਚਾ ਛੱਡ ਕੇ ਪਸਮਾ ਲਈ ਤੇ ਟੰਗਾ ਪਾ ਕੇ ਗਾਂ ਚੋ ਲਈ। ਤਪਤ ਠਾਨ ਤਬ ਪਾਨ ਕਰਨ ਕੋ। ਕਹਿੰਦੇ ਗਾਂ ਚੋ ਕੇ ਤੇ ਉਹਨੇ ਉਸੇ ਵੇਲੇ ਹੀ ਚੁੱਲ੍ਹੇ ਜੱਗ ਬਾਲ ਕੇ ਤੇ ਦੁੱਧ ਗਰਮ ਵੀ ਕੀਤਾ। ਜਿਵੇਂ ਸਿੱਖ ਨੇ ਮਨ 'ਚ ਸੋਚਿਆ ਸੀ ਵੀ ਬਾਬਾ ਕਾਲੂ ਨਾਥ ਜੇ ਮੈਨੂੰ ਗਰਮ ਦੁੱਧ ਕਰਕੇ ਪਿਆਵੇ ਫਿਰ ਮੰਨਾਂਗਾ। ਬਾਬੇ ਕਾਲੂ ਨਾਥ ਨੇ ਉਸੇ ਤਰ੍ਹਾਂ ਹੀ ਸਿੱਖ ਦੇ ਵਾਸਤੇ ਦੁੱਧ ਕਾੜਿਆ, ਗਰਮ ਕੀਤਾ। ਸ਼੍ਰੀ ਸਤਿਗੁਰ ਕੇ ਨਰ ਕੋ ਦੀਨ। ਤੇ ਗੁਰੂ ਮਹਾਰਾਜ ਦਾ ਜਿਹੜਾ ਸਿੱਖ ਆਇਆ ਸੀ ਉਹਨੂੰ ਦੁੱਧ ਉਹ ਪਿਆਇਆ ਕਾਲੂ ਨਾਥ ਨੇ। ਤ੍ਰਿਪਤ ਹੋਏ ਕਰ ਜਾਣਿਓ ਮਨ ਮਹਿ। ਜਦੋਂ ਸਿੱਖ ਨੇ ਦੁੱਧ ਪੀ ਲਿਆ ਤੇ ਠੰਡ ਵੀ ਦੂਰ ਹੋਈ ਤੇ ਮਨ ਨੂੰ ਥੋੜਾ ਜਿਹਾ, ਸਰੀਰ ਨੂੰ ਵੀ ਸੁੱਖ ਮਿਲਿਆ ਤੇ ਮਨ ਨੂੰ ਵੀ ਸੁੱਖ ਮਿਲਿਆ ਵੀ ਇਹ ਜਿਹੜਾ ਕੋਈ ਸਾਧੂ ਹੈ, ਕੋਈ ਕਰਨੀ ਵਾਲਾ ਹੀ ਹੈ, ਜਿਹਨੇ ਮੇਰੇ ਮਨ ਦੀ ਜਾਣ ਕੇ ਮੈਨੂੰ ਦੁੱਧ ਪਿਆਇਆ ਹੈ। ਕਾਲੂ ਕਰਾਮਾਤ ਮਹਿ ਪੀਨ। ਤੇ ਕਾਲੂ ਨਾਥ ਕਰਾਮਾਤੀ ਸਾਧੂ ਹੈ, ਇਹ ਕੋਈ ਅੰਤਰਜਾਮੀ ਸਾਧੂ ਹੈ, ਐਵੇਂ ਰੋਟੀਆਂ ਮੰਗ ਕੇ ਖਾਣ ਵਾਲਾ ਵਿਹਲੜ ਸਾਧ ਨਹੀਂ ਹੈ। ਇਹਨੇ ਭਗਤੀ ਕੀਤੀ ਹੋਈ ਹੈ, ਇਹਨੇ ਸਾਧਨਾ ਕੀਤੀ ਹੋਈ ਹੈ। ਸ਼੍ਰੀ ਹਰਗੋਬਿੰਦ ਕੋ ਅਗਵਾਨੂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਿੱਛੇ ਆ ਰਹੇ ਸਨ ਤੇ ਸਿੱਖ ਪਹਿਲਾਂ ਚਲਾ ਗਿਆ ਸੀ ਡੇਰੇ 'ਚ ਉਹਨੂੰ ਖਬਰ ਕਰਨ ਲਈ ਵੀ ਗੁਰੂ ਜੀ ਆ ਰਹੇ ਨੇ, ਤੁਹਾਨੂੰ ਮਿਲਣ ਆ ਰਹੇ ਨੇ। ਕਰਿਓ ਸੁਨਾਵਨ ਸਮਤ ਪ੍ਰਵੀਨ। ਸਿੱਖ ਨੇ ਕਾਲੂ ਨਾਥ ਨੂੰ ਦੱਸ ਦਿੱਤਾ ਵੀ ਬਾਬਾ ਜੀ, ਨਾਥ ਜੀ 6ਵੇਂ ਪਾਤਸ਼ਾਹ 2-4 ਘੜੀਆਂ 'ਚ ਪਹੁੰਚਣ ਵਾਲੇ, ਮੈਨੂੰ ਉਹਨਾਂ ਨੇ ਭੇਜਿਆ ਤੁਹਾਨੂੰ ਖਬਰ ਕਰਨ ਲਈ ਤੇ ਕੁਝ ਸਮੇਂ ਬਾਅਦ ਸਤਿਗੁਰੂ ਵੀ ਆ ਜਾਣਗੇ ਤੁਹਾਡੇ ਪਿੰਡ। ਨਮੋ ਕੀਨਪੁਰ ਤੇ ਜਬ ਨਿਕਸਿਓ। ਕਹਿੰਦੇ ਜਦੋਂ ਕਾਲੂ ਨਾਥ ਨੂੰ ਪਤਾ ਲੱਗਾ ਵੀ ਗੁਰੂ ਸਾਹਿਬ ਜੀ ਆ ਰਹੇ ਨੇ, ਪਿੰਡ ਤੋਂ ਬਾਹਰ ਆਇਆ। ਇਤਨੇ ਵਿਖਿਆ ਗੁਰ ਚਲ ਆਏ। ਮਹਾਰਾਜ ਇਹਨਾਂ ਨੂੰ ਆ ਵੀ ਪਹੁੰਚੇ, ਕਿਉਂਕਿ ਮਹਾਰਾਜ ਦਾ ਤੇ ਸਿੱਖ ਦਾ ਅੱਧੇ ਘੰਟੇ ਦਾ ਹੀ ਫਰਕ ਸੀਗਾ। ਉਹ ਪਹਿਲਾਂ ਚਲਾ ਗਿਆ ਅੱਧਾ ਪੌਣਾ ਘੰਟਾ ਘੋੜੇ ਤੇ ਛੇਤੀ ਨਾਲ। ਗੁਰੂ ਸਾਹਿਬ ਫੌਜ ਦੇ ਨਾਲ ਹੌਲੇ ਹੌਲੇ ਉਹ ਪਿੱਛੋਂ ਆ ਗਏ। ਜਦੋਂ ਨਾਥ ਕਾਲੂ ਦੇ ਡੇਰੇ ਕੋਲ ਆਏ, ਬ੍ਰਿੰਦ ਤੁਰੰਗਮ ਕੀ ਸਭ ਸੈਨਾ। ਮਹਾਰਾਜ ਦੇ ਨਾਲ ਹੁਣ ਲਗਭਗ 3000 ਘੋੜ ਸਵਾਰ ਫੌਜ ਸੀਗੀ। ਦੂਰ ਦੂਰ ਤੇ ਘੋੜਿਆਂ ਦੀ ਟਾਪ ਸੁਣਾਈ ਦੇ ਰਹੀ ਸੀ, ਨਗਾਰੇ ਵੱਜ ਰਹੇ ਸੀ, ਨਿਸ਼ਾਨ ਸਾਹਿਬ ਝੂਲ ਰਹੇ ਸੀ। ਉਹਦੇ ਵਿੱਚ ਮਹਾਰਾਜ ਮੀਰੀ ਪੀਰੀ ਦੇ ਮਾਲਕ ਸੋਭਾ ਪਾ ਰਹੇ ਸੀ। ਜੋਧ ਸਮੇਤ ਸੁਪੱਟ ਸਮਦਾਏ। ਭਾਈ ਜੋਧ ਸ਼ਾਹ ਕਾਂਗੜ ਦਾ ਰਾਜਾ ਤੇ ਉਹ ਸਲੇਮ ਸ਼ਾਹ ਤੇ ਭਾਈ ਬਿਧੀ ਚੰਦ ਵਰਗੇ ਸੂਰਮੇ ਨਾਲ ਸਨ। ਜੀਤੇ ਜੰਗ ਆਨੰਦ ਉਮੰਗਤ। ਤੇ ਸਾਰੀ ਫੌਜ ਨੂੰ ਜੰਗ ਜਿੱਤ ਦੀ ਖੁਸ਼ੀ ਵੀ ਸੀ ਵੀ ਬੜਾ ਵੱਡਾ ਜੰਗ ਜਿੱਤਿਆ, ਬਹੁਤ ਵੱਡੀ ਲੜਾਈ ਗੁਰੂ ਸਾਹਿਬ ਨੇ ਸਾਡੇ ਕੋਲੋਂ ਫਤਿਹ ਕਰਵਾਈ ਹੈ। ਜਿੱਤ ਦੀ ਖੁਸ਼ੀ ਸੀ ਸਾਰੇ ਸਿੱਖਾਂ ਨੂੰ। ਆਵਤ ਦੁੰਦਬ ਸ਼ਬਦ ਉਠਾਏ। ਤੇ ਨਗਾਰੇ ਵਜਾਉਂਦੇ ਹੋਏ, ਜਕਾਰੇ ਗਜਾਉਂਦੇ ਹੋਏ ਗੁਰੂ ਕੇ ਲਾਲ ਆ ਰਹੇ ਸਨ।
ਧੂਲ ਆਕਾਸ਼ ਚੜ੍ਹਤ ਤਿਤ ਦਿਸ਼ ਮਹਿ। ਘੋੜਿਆਂ ਦੇ ਪੌੜਾਂ ਨਾਲ ਧਰਤੀ ਦੀ ਧੂੜ ਉੱਡ ਕੇ ਅਸਮਾਨ ਨੂੰ ਚੜੀ ਹੋਈ ਸੀ। ਜਿੱਥੇ 3-4 ਹਜ਼ਾਰ ਘੋੜਾ ਤੁਰੇਗਾ ਉੱਥੇ ਸਾਧ ਸੰਗਤ ਜੀ ਮਿੱਟੀ ਗਰਦ ਗੁਬਾਰ ਤਾਂ ਉੱਡਦਾ ਹੀ ਹੈ, ਅਸਮਾਨ ਨੂੰ ਚੜ੍ਹਦਾ ਹੀ ਹੈ। ਤੋਂ ਬਹੁਤ ਗਰਦ ਗੁਬਾਰ ਸਮੇਤ ਫੌਜਾਂ ਬੜੇ ਉਤਸ਼ਾਹ ਨਾਲ ਬੜੇ ਹੁਲਾਸ ਨਾਲ ਆ ਰਹੀਆਂ ਸਨ। ਧਰਨ ਪ੍ਰਕਾਸ਼ ਚਾਪ ਤੋ ਜਾਏ। ਕਹਿੰਦੇ ਸੂਰਜ ਦੀ ਰੋਸ਼ਨੀ ਵੀ ਮੱਧਮ ਪੈ ਗਈ ਸੀ। ਘੋੜਿਆਂ ਦੇ ਖੁਰਾਂ ਨਾਲ ਉੱਡੀ ਹੋਈ ਧੂੜ ਅਸਮਾਨ ਨੂੰ ਇਤਨੀ ਚੜ ਗਈ ਸੀ। ਸੁੰਦਰ ਥਲ ਬਿਲੋਕ ਜਲ ਕਲ ਕੋ। ਸਾਧ ਸੰਗਤ ਜੀ ਸੋਹਣੀ ਥਾਂ ਸੋਹਣਾ ਸਰੋਵਰ ਵੇਖ ਕੇ ਕਰਿਓ ਨਿਵੇਸ਼ ਗੁਰੂ ਜਗ ਰਾਏ। ਮਹਾਰਾਜ ਨੇ ਉੱਥੇ ਪੜਾਅ ਕਰ ਲਿਆ ਨਥਾਣੇ ਵਿੱਚ। ਸਿੱਖਾਂ ਨੂੰ ਕਹਿਤਾ ਵੀ ਇਹ ਸਰੋਵਰ ਦੇ ਲਾਗੇ ਚਾਗੇ ਤਲਾਅ ਦੇ ਘੋੜੇ ਬੰਨ੍ਹ ਲਓ ਤਾਂ ਕਿ ਪਸ਼ੂਆਂ ਨੂੰ ਘੋੜਿਆਂ ਨੂੰ ਪਾਣੀ ਦੀ ਤੰਗੀ ਨਾ ਹੋਵੇ, ਸਿੱਖਾਂ ਨੂੰ ਇਸ਼ਨਾਨ ਦੀ ਤੰਗੀ ਨਾ ਹੋਵੇ, ਲੰਗਰ ਪਾਣੀ ਵੀ ਬਣਾਉਣਾ ਹੈ। ਇਸ ਕਰਕੇ ਮਹਾਰਾਜ ਉੱਥੇ ਹੀ ਪੜਾਅ ਕਰਦੇ ਸੀ, ਫੌਜਾਂ ਉੱਥੇ ਹੀ ਉਤਾਰਦੇ ਸੀ ਜਿੱਥੇ ਪਾਣੀ ਦੀ ਤੇ ਜਗ੍ਹਾ ਦੀ ਖੁੱਲ੍ਹ ਹੋਵੇ, ਘੋੜੇ ਬੰਨ੍ਹਣ ਨੂੰ ਥਾਂ ਹੋਵੇ, ਘੋੜਿਆਂ ਨੂੰ ਪੀਣ ਲਈ ਪਾਣੀ ਹੋਵੇ ਤੇ ਪਿੰਡਾਂ ਵਾਲੇ ਘਾਹ ਪੱਠੇ ਦੀ ਸੇਵਾ ਕਰ ਦਿੰਦੇ ਸਨ। ਇਸ ਤਰ੍ਹਾਂ ਗੁਰੂ ਸਾਹਿਬ ਦੀ ਫੌਜ ਜਦੋਂ ਨਥਾਣੇ ਪਿੰਡ 'ਚ ਉਤਰੀ ਹੈ, ਉਤਰੀ ਜੁਤ ਬਿਸਾਤਰ ਬਾਹਨੀ। ਬੜੀ ਭਾਰੀ ਫੌਜ ਗੁਰੂ ਸਾਹਿਬ ਦੀ ਉਤਰੀ ਆ ਕੇ ਨਿਜ ਨਿਜ ਮਿਸਲ ਮਿਲੇ ਸਭ ਆਏ। ਆਪਣੀਆਂ ਆਪਣੀਆਂ ਮਿਸਲਾਂ ਵਿੱਚ ਸਾਰੇ ਸਿੱਖ ਆਪੋ ਆਪਣੇ ਡੇਰਿਆਂ 'ਚ ਤੰਬੂ ਲਾ ਕੇ ਘੋੜੇ ਬੰਨ੍ਹ ਕੇ ਬੈਠ ਗਏ। ਜੀ ਨੇ ਉਤਾਰ ਸ਼ਸਤਰ ਪਟ ਧਰ ਕਰ। ਸੂਰਮਿਆਂ ਨੇ ਘੋੜਿਆਂ ਦੀਆਂ ਕਾਠੀਆਂ ਤੋਂ ਲਾਹੀਆਂ, ਘੋੜਿਆਂ ਨੂੰ ਫਿਰਾਇਆ ਘੁਮਾਇਆ, ਕਿਉਂਕਿ ਜਦੋਂ ਘੋੜੇ ਦੀ ਕਾਠੀ ਲਾਂਦੇ ਨਾ ਇੱਕਦਮ ਨਹੀਂ ਲਾਂਦੇ, ਪਹਿਲਾਂ ਘੋੜੇ ਨੂੰ ਖੜਾ ਕਰਕੇ ਥੋੜਾ ਘੁਮਾ ਘਮੂ ਕੇ ਉਹਦਾ ਪਸੀਨਾ ਸੁਕਾ ਲੈਂਦੇ ਆ, ਫਿਰ ਅੱਧਾ ਪੌਣਾ ਘੰਟਾ ਠਹਿਰ ਕੇ ਕਾਠੀ ਲਾਂਦੇ। ਇੱਕਦਮ ਲਾਈਏ ਤੇ ਘੋੜੇ ਨੂੰ ਹਵਾ ਲੱਗ ਜਾਂਦੀ, ਘੋੜਾ ਜਕੜਿਆ ਜਾਂਦਾ। ਇਸ ਕਰਕੇ 5-10 ਮਿੰਟ ਅੱਧਾ ਘੰਟਾ ਘੋੜਿਆਂ ਨੂੰ ਘੁਮਾ ਫਿਰਾ ਕੇ ਹੌਲੇ ਹੌਲੇ ਕਾਠੀਆਂ ਲਾਈਆਂ ਹਨ। ਹੋਤ ਹਰੇਖਾ ਹੈ ਲਗਾਏ। ਕਹਿੰਦੇ ਥਾਂ ਥਾਂ ਤੇ ਘੋੜੇ ਹਿਣਕਦੇ ਆ, ਗੁਰੂ ਦੀ ਫੌਜ ਆ ਗਈ ਪਈ। ਪਿੰਡਾਂ ਵਾਲੇ ਵੀ ਉਧਰ ਦੇਖਣ ਚਲੇ ਜਾਂਦੇ ਆ ਵੀ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਦਲ ਆਇਆ ਹੈ। ਖਾਨ ਪਾਨ ਕੋ ਕਰੇ ਜਥਾ ਰੁਚ। ਔਰ ਜਥਾ ਰੁਚੀ ਲੰਗਰ ਪਾਣੀ ਵੀ ਸਿੱਖਾਂ ਲਾਂਗਰੀਆਂ ਨੇ ਤਿਆਰ ਕਰ ਲਏ ਤੇ ਗੁਰੂ ਮਹਾਰਾਜ ਦੀਆਂ ਫੌਜਾਂ ਨੂੰ ਤੇ ਸਿੱਖਾਂ ਨੂੰ ਲੰਗਰ ਛਕਾਏ। ਬਿਸਰਾਮੇ ਜੋਧਾ ਸਮਦਾਏ। ਯੋਧਿਆਂ ਨੇ ਆਰਾਮ ਕੀਤਾ ਨਥਾਣੇ ਪਿੰਡ ਦੀ ਜੂਹ ਵਿੱਚ, ਥਾਂ ਥਾਂ ਹੀ ਆਪੋ ਆਪਣੇ ਘੋੜੇ ਬੰਨ੍ਹ ਕੇ ਤੇ ਲਾਗੇ ਆਪਣੇ ਆਸਣ ਲਾ ਲਏ ਤੇ ਕਿਸੇ ਨੇ ਅੱਗ ਬਾਲ ਲਈ ਤੇ ਸੇਕੀ ਜਾਂਦੇ ਆ, ਕੋਈ ਆਰਾਮ ਕਰਦੇ ਆ। ਸ੍ਰੀ ਹਰਗੋਬਿੰਦ ਅਸਨ ਅਚਵ ਕਰ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਲੰਗਰ ਛਕ ਕੇ ਠਾਨ ਦੁਪਹਿਰੇ ਮਹਿ ਬਿਸਰਾਮ। ਸਤਿਗੁਰੂ ਜੀ ਵੀ ਦੁਪਹਿਰੇ ਆਰਾਮ ਕੀਤਾ ਉੱਥੇ ਨਥਾਣੇ ਪਿੰਡ ਵਿੱਚ। ਸਵਾ ਜਾਮ ਦਿਨ ਰਹੇ ਉਠੇ ਜਬ। ਜਦੋਂ ਸ਼ਾਮ ਦੇ ਕੋਈ 4 ਵਜ ਗਏ ਜਾਂ 3 ਵਜ ਗਏ, ਕੋਈ ਸਵਾ ਪਹਿਰ ਦਿਨ ਰਹਿ ਗਿਆ, ਉਸ ਵੇਲੇ ਗੁਰੂ ਜੀ ਘੜੀ ਆਰਾਮ ਕਰਕੇ ਉੱਠ ਵੀ ਪਏ। ਭਏ ਸੁਚੇਤ ਗੁਰੂ ਅਬਿਰਾਮ। ਸੋਹਣੇ ਸਤਿਗੁਰੂ ਮਹਾਰਾਜ ਸੁਚੇਤ ਹੋਏ, 5 ਇਸ਼ਨਾਨਾ ਕੀਤਾ, ਦੁਮਾਲਾ ਸਜਾਇਆ, ਸੁੰਦਰ ਫਰਸ਼ ਅਨੇਕ ਬਰਨ ਕੇ। ਤੇ ਬੜੇ ਸੋਹਣੇ ਗਲੀਚੇ ਵਿਛਾ ਦਿੱਤੇ, ਦੀਵਾਨ ਤੰਬੂ ਲਾ ਦਿੱਤੇ ਤੇ ਸ਼ਮਿਆਨੇ। ਜਿੱਥੇ ਗੁਰੂ ਸਾਹਿਬ ਦਾ ਦੀਵਾਨ ਸਜਣਾ ਸੀ ਉਹਦੀ ਸਿੱਖਾਂ ਨੇ ਤਿਆਰੀ ਕਰ ਛੱਡੀ। ਡਸੇ ਮਖਮਲੀ ਦੀਹ ਤਮਾਮ। ਬੜੇ ਮਖਮਲੀ ਗਲੀਚੇ ਫਰਸ਼ ਕਾਲੀਨ ਵਿਛ ਗਏ। ਦੀਵਾਨ ਗੁਰੂ ਮਹਾਰਾਜ ਦਾ ਸਜੇਗਾ। ਚਾਰ ਔਰ ਜਿਸ ਛੋਰ ਜਰੀਰੇ। ਜਿਹਦੇ ਜਰੀਦਾਰ ਸੋਹਣੇ ਸੁੰਦਰ ਚੰਦੋਏ ਲੱਗ ਗਏ। ਮੁਕਤਾ ਜਟਤ ਜਹਾਂ ਛਬ ਧਾਮ। ਮੋਤੀ ਜੜੇ ਹੋਏ ਨੇ, ਸੋਭਾ ਦਾ ਘਰ ਹੈ ਗੁਰੂ ਦਾ ਦਰਬਾਰ। ਅਸਗਾਦੀ ਤਸ ਰੁਚਰ ਫਰਸ਼ ਪਰ। ਸੋਹਣੀ ਗੱਦੀ ਵਿਛਾਈ ਗਈ ਮਹਾਰਾਜ ਦੇ ਬੈਠਣ ਵਾਸਤੇ। ਉਪਾਦਾਨ ਦੀਰਘ ਧਰ ਦੀਨ। ਤੇ ਵੱਡਾ ਗੋਲ ਸਰਾਣਾ ਉੱਤੇ ਰੱਖ ਦਿੱਤਾ ਗਿਆ। ਲਰਕਤ ਦੋਹੇ ਦਿਸ਼ ਮੁਕਤਾ। ਦੋਵੇਂ ਪਾਸੇ ਮੋਤੀ ਗੁੱਛੇ ਲਟਕਦੇ ਹਨ। ਗੁੱਛਨ ਬਹੁਤ ਮੋਲ ਤੇ ਰਚੋ ਨਵੀਨ। ਬੜੇ ਸੋਹਣੀ ਗੱਦੀ ਹੈ, ਸੋਹਣਾ ਹੀ ਚੰਦੋਆ ਹੈ, ਚਾਨਣੀ ਉੱਤੇ ਲੱਗੀ ਹੈ। ਬੈਠ ਬਿਰਾਜਤ ਪੇ ਸ੍ਰੀ ਸਤਿਗੁਰ। ਇਹੋ ਜਿਹੇ ਸੋਹਣੇ ਦਰਬਾਰ ਵਿੱਚ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਜੀ ਦੀਵਾਨ ਲਾ ਕੇ ਬੈਠੇ ਹਨ। ਚਮਰਦਾਰ ਤਬ ਚਾਮਰ ਕੀਨ। ਤੇ ਚੌਰ ਬਰਦਾਰ ਮਹਾਰਾਜ ਦੇ ਸੀਸ ਤੇ ਚੌਰ ਕਰ ਰਹੇ ਨੇ। ਗਾਵਨ ਲਗੇ ਰਬਾਬੀ ਰਾਗਨ। ਤੇ ਰਬਾਬੀ ਸ਼ਾਮ ਦੇ ਰਾਗਾਂ ਦਾ ਕੀਰਤਨ ਕਰਨ ਲੱਗੇ ਨੇ। ਗੁਰਬਾਣੀ ਦਾ ਕੀਰਤਨ ਹੋਣ ਲੱਗਾ ਹੈ। ਸ੍ਰੀ ਗੁਰ ਸ਼ਬਦ ਸ਼ਾਂਤ ਰਸ ਪੀਨ। ਗੁਰੂ ਕੀ ਬਾਣੀ ਸ਼ਾਂਤ ਰਸ ਵਿੱਚ ਜਿਹੜੀ ਮਨ ਨੂੰ ਠੰਡ ਪਾ ਦਿੰਦੀ ਹੈ,
ਸ਼ਾਂਤੀ ਵਾਲਾ ਆਨੰਦਮਈ ਕੀਰਤਨ ਸਿੱਖ ਗਾਉਂਦੇ ਨੇ ਤੇ ਸੁਣਦੇ ਨੇ। ਸਿੱਖ ਜੋਧ ਆਗਨ ਜੋਧ ਸਹਿਤ ਮਿਲ। ਭਾਈ ਜੋਧ ਸ਼ਾਹ ਜੀ ਜੋਧਿਆਂ ਸਮੇਤ ਸਲੇਮ ਸ਼ਾਹ ਤੇ ਗੁਰੂ ਕੀ ਫੌਜ ਦੇ ਸੂਰਮੇ ਭਾਈ ਬਿਧੀ ਚੰਦ ਬੜੇ ਬੜੇ ਸਿੱਖ ਸਾਰੇ ਦੀਵਾਨ 'ਚ ਆ ਕੇ ਬੈਠਣ ਲੱਗੇ ਨੇ। ਦਰਸਹਿ ਨਮੋ ਕਰਹਿ ਸਮੁਦਾਏ। ਗੁਰੂ ਸਾਹਿਬ ਦੇ ਦਰਸ਼ਨ ਕਰਕੇ ਨਮਸਕਾਰਾਂ ਕਰਦੇ ਨੇ, ਮੱਥਾ ਟੇਕਦੇ ਨੇ ਛੇਵੇਂ ਪਾਤਸ਼ਾਹ ਨੂੰ। ਜਥਾ ਉਚਿਤ ਕਰ ਸਭਾ ਸ ਬੈਠੇ। ਮਹਾਰਾਜ ਦੀ ਸਭਾ ਵਿੱਚ ਸਾਰੇ ਸਿੱਖ ਬੈਠ ਗਏ ਨੇ। ਸ੍ਰੀ ਹਰਗੋਬਿੰਦ ਬੀਚ ਸੁਹਾਏ। ਵਿੱਚ ਗੁਰੂ ਹਰਗੋਬਿੰਦ ਸਾਹਿਬ ਇੰਜ ਬੈਠੇ ਜਿਵੇਂ ਤਾਰਿਆਂ 'ਚ ਚੰਨ ਸੋਭਦਾ ਹੈ। ਮਨੋ ਸੁਰਨ ਮਹਿ ਸੁਰਪਤ ਦੁਤਮਤ। ਏਦਾਂ ਲੱਗਦਾ ਜਿਵੇਂ ਦੇਵਤਿਆਂ ਵਿੱਚ ਦੇਵਰਾਜ ਇੰਦਰ ਬੈਠਾ ਸੋਭਦਾ ਹੋਵੇ। ਕਿਦੋਂ ਵਿਸ਼ਨ ਅਵਨੀ ਪਰ ਆਏ। ਜਾਂ ਭਗਵਾਨ ਵਿਸ਼ਨੂੰ ਜੀ ਦੇਵ ਸਭਾ ਵਿੱਚ ਸ਼ੋਭਾ ਪਾ ਰਹੇ ਧਰਤੀ ਤੇ ਆ ਗਏ ਹਨ। ਸੰਗਤ ਸਕਲ ਗ੍ਰਾਮ ਕੀ ਆਇਵ। ਸਾਰੇ ਪਿੰਡਾਂ ਦੀ ਸੰਗਤ ਆ ਗਈ ਹੈ। ਅਨੇਕ ਅਕੋਰਨ ਕੋ ਅਰਪਾਏ। ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਲੈ ਕੇ ਪਿੰਡ ਦੇ ਲੋਕ, ਆਲੇ ਦੁਆਲੇ ਦੇ ਲੋਕ, ਜਿਨ੍ਹਾਂ ਨੂੰ ਪਤਾ ਲੱਗਾ ਵੀ ਮਹਾਰਾਜ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਡੇ ਪਿੰਡ ਆਏ ਨੇ। ਪਿੰਡਾਂ ਵਾਲੇ ਸਿੱਖ ਕੋਈ ਆਟਾ ਲੈ ਕੇ ਆ ਰਿਹਾ, ਕੋਈ ਕਣਕ ਲੈ ਕੇ ਆ ਰਿਹਾ, ਕੋਈ ਛੋਲੇ ਲੈ ਕੇ ਆ ਰਿਹਾ, ਘੋੜਿਆਂ ਵਾਸਤੇ ਘਾਹ ਪੱਠਾ ਲੈ ਕੇ ਆ ਰਹੇ ਨੇ, ਕੋਈ ਦੁੱਧ ਦੇ ਤੇ ਦਹੀਂ ਦੇ ਘੜੇ ਭਰ ਕੇ ਲਿਆ ਰਹੇ ਨੇ ਵੀ ਗੁਰੂ ਮਹਾਰਾਜ ਦੀਆਂ ਸੰਗਤਾਂ ਦੀ ਸੇਵਾ ਕਰੀਏ, ਫੌਜਾਂ ਦੀ ਸੇਵਾ ਕਰੀਏ। ਪਿੰਡਾਂ ਵਾਲੇ ਰਸਤਾ ਲੈ ਕੇ ਆਏ ਹਨ। ਜੰਗ ਜੀਤ ਕਰ ਸਤਿਗੁਰ ਆਏ। ਸਾਡੇ ਸਤਿਗੁਰੂ ਜੰਗ ਜਿੱਤ ਕੇ ਆਏ ਨੇ, ਬੜਾ ਵੱਡਾ ਮੋਰਚਾ ਫਤਿਹ ਕਰਕੇ ਆਏ ਨੇ। ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਜੀ। ਕਹੈ ਪਰਸਪਰ ਗਨ ਨਰ ਨਾਰ। ਪਿੰਡਾਂ ਦੇ ਲੋਕ ਏਦਾਂ ਭੋਲੇ ਲੋਕ ਗੱਲਾਂ ਕਰਦੇ ਨੇ। ਮਾਲਵੇ ਦੇ ਵਿੱਚ ਭਾਵਨਾ ਬੜੀ ਹੈ, ਸ਼ਰਧਾ ਬੜੀ ਹੈ ਲੋਕਾਂ ਦੇ ਵਿੱਚ। ਕਹਿੰਦੇ ਸਾਡੇ ਗੁਰੂ ਜੀ ਬੜਾ ਜੰਗ ਜਿੱਤ ਕੇ ਆਏ, ਬਹੁਤ ਵੱਡਾ ਮੋਰਚਾ ਫਤਿਹ ਕਰਕੇ ਆਏ ਹੈ। ਚੌਂਪ ਕਰਤ ਚਿਤ ਦਰਸ਼ਨ ਦਰਸ ਹੈ। ਕਹਿੰਦੇ ਬੜੇ ਚੌਂਪ ਨਾਲ, ਬੜੇ ਉਤਸ਼ਾਹ ਨਾਲ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਦੇ ਨੇ ਪਿੰਡਾਂ ਦੇ ਲੋਕ। ਧੰਨ ਧੰਨ ਪ੍ਰਭ ਗੁਰ ਜੈਕਾਰ। ਸਾਰੇ ਕਹਿੰਦੇ ਗੁਰੂ ਮਹਾਰਾਜ ਤੁਸੀਂ ਧੰਨ ਹੋ, ਤੁਹਾਡੀ ਜੈ ਜੈਕਾਰ ਹੋ ਰਹੀ ਹੈ। ਸੁਨ ਕਾਲੂ ਆਗ ਵੰਨ ਗੁਰੂ ਕੋ। ਬਾਬੇ ਕਾਲੂ ਨਾਥ ਨੂੰ ਵੀ ਪਤਾ ਲੱਗ ਗਿਆ ਵੀ ਗੁਰੂ ਸਾਹਿਬ ਹੁਣ ਦੀਵਾਨ ਲਾ ਕੇ ਬੈਠ ਗਏ ਨੇ। ਦਵਾ ਕਟ ਦੁਗਧ ਲਏ ਕਰ ਤਿਆਰ। ਬਾਬਾ ਕਾਲੂ ਨਾਥ ਜੀ ਨੇ, ਕਿਉਂਕਿ ਵਿਚਾਰੇ ਸਾਧੂ ਹੀ ਸਨ, ਉਹਨਾਂ ਨੇ ਆਪਣੇ ਵੱਲੋਂ ਜਿੰਨੀ ਕੁ ਹੋ ਸਕਦੀ ਸੇਵਾ ਕਰਨੀ ਚਾਹੀਦੀ ਹੈ। 2 ਘੜੇ ਦੁੱਧ ਦੇ ਭਰ ਲਏ। ਬਾਬਾ ਕਾਲੂ ਨਾਥ ਜੀ 2 ਘੜੇ ਦੁੱਧ ਦੇ ਲੈ ਕੇ ਆਏ ਹਨ। ਇੱਕ ਬਾਲਕ ਕੇ ਸਿਰ ਤਰ ਲਿਆਇਓ। ਇੱਕ ਆਪਣੇ ਚੇਲੇ ਦੇ ਸਿਰ ਦੇ ਉੱਤੇ, ਬਾਲਕ ਸੀ ਕੋਈ 15-16 ਸਾਲਾਂ ਦਾ ਮੁੰਡਾ ਚੇਲਾ। ਇਹ ਜਿਹੜੇ ਗੋਰਖਨਾਥ ਦੇ ਸੰਪਰਦਾ ਦੇ ਸਾਧੂ ਹੁੰਦੇ ਨਾ, ਨਾਥ ਜਾਂ ਹੋਰ ਵੀ ਸੰਪਰਦਾਵਾਂ, ਇਹ ਗ੍ਰਸਤੀ ਨਹੀਂ ਹੁੰਦੇ, ਜ਼ਿਆਦਾਤਰ ਵਿਹੰਗਮ ਹੁੰਦੇ ਆ। ਫਿਰ ਦੂਜਿਆਂ ਦੇ ਬੱਚੇ ਲੈ ਕੇ ਆਪਣੇ ਚੇਲੇ ਬਣਾ ਕੇ ਆਪਣੀ ਪਰੰਪਰਾ ਨੂੰ ਅੱਗੇ ਤੋਰਦੇ ਹਨ। ਜਿਹੜੇ ਉਸ ਖਿਆਲਾਂ ਦੇ ਹੁੰਦੇ, ਵਾਹਿਗੁਰੂ ਉਹਨਾਂ ਕੋਲ ਭੇਜ ਦਿੰਦਾ। ਇਹ ਕੁਦਰਤੀ ਖੇਡ ਹੈ। ਜਿਹੜੇ ਜਿੱਥੇ ਪਰਮੇਸ਼ਰ ਨੇ ਕੋਈ ਸੰਪਰਦਾ ਚਲਾਣੀ ਹੈ ਨਾ, ਉਹਦੇ ਵਿੱਚ ਉਸ ਤਰ੍ਹਾਂ ਦੇ ਬੱਚੇ ਕੁਦਰਤੀ ਆਈ ਜਾਂਦੇ, ਆਪੇ ਹੀ ਭੇਜੀ ਜਾਂਦਾ। ਮਹਾਰਾਜ ਅਕਾਲ ਪੁਰਖ ਦੀ ਰਚਨਾ ਹੈ। ਤੇ ਉਹਦੇ ਕੋਲ ਇੱਕ ਚੇਲਾ ਸੀਗਾ, ਉਹਦੀ ਸੇਵਾ ਕਰਦਾ ਸੀ ਕਾਲੂ ਨਾਥ ਦੀ। ਉਹਦੇ ਸਿਰ ਤੇ 2 ਘੜੇ ਦੁੱਧ ਦੇ ਰੱਖ ਕੇ ਤੇ ਬਾਬਾ ਕਾਲੂ ਨਾਥ ਜੀ ਨਾਲ ਤੁਰ ਕੇ ਆਏ ਹਨ। ਏਕ ਉਠਾਏ ਆਪ ਕਰ ਧਾਰ। ਇੱਕ ਘੜਾ ਤਾਂ ਚੇਲੇ ਦੇ ਸਿਰ ਤੇ ਰੱਖਤਾ, ਇੱਕ ਆਪਣੇ ਹੱਥ ਵਿੱਚ ਲੈ ਕੇ ਦੋਵੇਂ ਗੁਰੂ ਚੇਲਾ ਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਕੋਲ ਆਏ ਹਨ। ਆਨ ਗੁਰੂ ਪਗ ਮਸਤਕ ਟੇਕਿਓ। ਆ ਕੇ ਬਾਬਾ ਕਾਲੂ ਨਾਥ ਜੀ ਨੇ ਦੋਵੇਂ ਘੜੇ ਗੁਰੂ ਸਾਹਿਬ ਦੇ ਚਰਨਾਂ 'ਚ ਰੱਖ ਦਿੱਤੇ ਤੇ ਮੱਥਾ ਟੇਕਿਆ। ਬੈਠਿਓ ਨਿਕਟ ਜੋਰ ਕਰ ਹਾਥ। ਤੇ ਹੱਥ ਜੋੜ ਕੇ ਬੜੀ ਭਾਵਨਾ ਨਾਲ ਬਾਬਾ ਕਾਲੂ ਨਾਥ ਬੈਠ ਗਿਆ। ਸ਼੍ਰੀ ਹਰਗੋਬਿੰਦ ਕਿਰਪਾ ਦ੍ਰਿਸ਼ਟ ਤੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਨਾਲ ਕਾਲੂ ਨਾਥ ਵੱਲ ਵੇਖਿਆ। ਦੇਖਤ ਕਰਿਓ ਵਾਕ ਤਹਿ ਸਾਥ। ਤੇ ਮਹਾਰਾਜ ਬੜੇ ਪ੍ਰੇਮ ਨਾਲ ਬੋਲੇ, ਪਿਆਰ ਨਾਲ। ਸਾਧੂਆਂ ਦਾ ਮਹਾਰਾਜ ਬਹੁਤ ਸਤਿਕਾਰ ਕਰਦੇ ਸੀ, ਕੋਈ ਵੀ ਸੰਪਰਦਾ ਦਾ ਹੋਵੇ। ਇਹ ਨਹੀਂ ਵੀ ਕੋਈ ਸਿੱਖ ਹੀ ਹੋਵੇ, ਉਦਾਸੀ ਨਿਰਮਲਾ ਸਾਧੂ, ਜਾਂ ਕਿਸੇ ਧਰਮ ਦਾ ਹੋਵੇ, ਮੁਸਲਮਾਨ ਫਕੀਰ ਹੋਵੇ, ਹਿੰਦੂਆਂ ਦਾ ਕੋਈ ਹੋਵੇ, ਉਹ ਜੀ ਆਇਆਂ ਨੂੰ ਕਹਿੰਦੇ ਸੀ, ਸਤਿਕਾਰ ਦਿੰਦੇ ਸੀ। ਸੱਚੇ ਪਾਤਸ਼ਾਹ ਕਹਿਣ ਲੱਗੇ ਨਾਥ ਜੀ ਬੜੀ ਕਿਰਪਾ ਕੀਤੀ ਜੇ ਦਰਸ਼ਨ ਦਿੱਤੇ ਜੀ ਆਇਆਂ ਨੂੰ। ਹਾਂਜੀ, ਕਾਲੀ ਕਾਲ ਮਾਨ ਤੇ ਮਾਨਵ। ਮਹਾਰਾਜ ਕਹਿੰਦੇ ਸੰਤ ਜੀ ਤੁਸੀਂ ਤਪ ਕੀਤਾ, ਕਾਲਣਾ ਕਾਲੀ ਹੋਈ ਹੈ, ਬੰਦਗੀ ਕੀਤੀ, ਤਾਂ ਹੀ ਤੁਹਾਨੂੰ ਸਾਰਾ ਮਾਲਵਾ ਦੇਸ਼ ਮੰਨਦਾ। ਕਾਲੂ ਨਾਥ ਦੀ ਬੜੀ ਮਾਨਤਾ ਸੀਗੀ।
ਸਾਧ ਸੰਗਤ ਜੀ, ਸੱਚੇ ਸਾਧੂ ਵੀ ਹੁੰਦੇ ਆ, ਪਖੰਡੀ ਵੀ ਹੁੰਦੇ ਆ। ਪਖੰਡੀਆਂ ਦਾ ਥੋੜੇ ਚਿਰ 'ਚ ਕੰਮ ਨਿਬੜ ਜਾਂਦਾ, ਸੱਚਿਆਂ ਦੀ ਜੈ ਜੈਕਾਰ ਹੁੰਦੀ ਹੈ। ਸੱਚੇ ਦੁਨੀਆ ਤੋਂ ਚਲੇ ਵੀ ਜਾਂਦੇ ਆ ਨਾ, ਪਿੱਛੋਂ ਵੀ ਉਹਨਾਂ ਨੂੰ ਯਾਦ ਕਰਦੇ ਲੋਕ। ਮਹਾਰਾਜ ਕਹਿੰਦੇ, ਸੰਤ ਜੀ ਤੁਸੀਂ ਸੱਚੇ ਨਾਥ ਹੋ, ਰੱਬ ਦੇ ਪਿਆਰੇ ਹੋ, ਘਾਲਣਾ ਘਾਲੀ ਤਾਂ ਹੀ ਦੁਨੀਆ ਤੁਹਾਨੂੰ ਮੰਨਦੀ ਹੈ। ਨਾਮ ਭਇਓ ਅਬ ਕਾਲੂ ਨਾਥ। ਹੁਣ ਤੁਸੀਂ ਕਾਲੂ ਨਾਥ ਕਰਕੇ ਪਰਸੇ। ਨਾਥ ਦਾ ਮਤਲਬ ਹੁੰਦਾ ਮਾਲਕ, ਸੁਆਮੀ, ਨੱਥ ਪਾਉਣ ਵਾਲਾ। ਆਪ ਨਾਥ, ਨਾਥੀ ਸਭ ਜਾ ਕੀ। ਪਰਮੇਸ਼ਰ ਸਾਰਿਆਂ ਤੋਂ ਵੱਡਾ ਨਾਥ ਹੈ, ਜਿਹਨੇ ਸਾਰੀ ਦੁਨੀਆ ਨੱਥੀ ਹੋਈ ਹੈ। ਸੋ ਹੁਣ ਤੁਸੀਂ ਕਾਲੂ ਨਾਥ ਬਣ ਗਏ ਹੋ। ਨਾਥ ਦਾ ਵੀ ਇਹੀ ਮਤਲਬ ਹੁੰਦਾ ਜਿਹਨੇ ਆਪਣੇ ਮਨ ਨੂੰ ਨੱਥ ਲਿਆ ਹੋਵੇ, ਜਿਹਨੇ ਆਪਣੀਆਂ ਇੰਦਰੀਆਂ ਨੂੰ ਨੱਥ ਲਿਆ, ਅੱਖਾਂ ਨੂੰ, ਕੰਨਾਂ ਨੂੰ, ਨੱਕ ਨੂੰ, ਜੀਭ ਨੂੰ ਕੰਟਰੋਲ ਕਰ ਲਿਆ ਹੋਵੇ, ਉਹਨੂੰ ਕਹਿੰਦੇ ਨਾਥ। ਜਿਹਨੇ ਆਪਣੇ ਮਨ ਦੀ ਵਾਸ਼ਨਾ ਤੇ ਕੰਟਰੋਲ ਕਰ ਲਿਆ ਹੋਵੇ, ਮਨ ਨੂੰ ਨੱਥ ਪਾਈ ਹੋਵੇ, ਉਹਨੂੰ ਕਹਿੰਦੇ ਨਾਥ। ਸੋ ਤੁਸੀਂ ਨਾਥ ਬਣ ਗਏ ਹੋ। ਸ਼੍ਰੀ ਗੁਰ ਨਹੀਂ ਨਾਥ ਮੋਹਿ ਜਾਨੋ। ਤੇ ਬਾਬਾ ਕਾਲੂ ਨਾਥ ਕਹਿਣ ਲੱਗਾ, ਸੱਚੇ ਪਾਤਸ਼ਾਹ ਜੀ ਮੈਨੂੰ ਨਾਥ ਨਾ ਸਮਝੋ, ਨਾਥ ਤੇ ਤੁਸੀਂ ਹੋ, ਮੈਂ ਤੇ ਤੁਹਾਡਾ ਗੁਲਾਮ ਸੇਵਕ ਹਾਂ। ਤੁਮਰੋ ਕੂਕਰ ਤਰ ਪਦ ਮਾਥ। ਮਹਾਰਾਜ, ਜਿਹੜੇ ਤੁਹਾਡੇ ਘਰ ਦੇ ਕੁੱਤੇ ਨੇ ਨਾ, ਉਹਨਾਂ ਦੇ ਚਰਨਾਂ ਤੇ ਮੱਥਾ ਰੱਖਣ ਵਾਲਾ ਹਾਂ ਮੈਂ ਤੁਹਾਡੇ ਦਰ ਦਾ ਸੇਵਕ ਨਿਮਾਣਾ ਜਿਹਾ। ਮੈਨੂੰ ਸੱਚੇ ਪਾਤਸ਼ਾਹ ਜੀ ਨਾਥ ਨਾ ਆਖੋ, ਨਾਥ ਤੇ ਤੁਸੀਂ ਹੋ। ਆਪ ਨਾਥ, ਨਾਥੀ ਸਭ ਜਾ ਕੀ। ਸਾਰੀ ਸ੍ਰਿਸ਼ਟੀ ਨੂੰ ਨੱਥਣ ਵਾਲੇ ਤੁਸੀਂ ਹੋ। ਪੁਨਹ ਪ੍ਰਸੰਨ ਹੋਏ ਗੁਰ ਬੋਲੇ। ਗੁਰੂ ਸਾਹਿਬ ਉਹਦੀ ਭਾਵਨਾ ਦੇਖ ਕੇ ਖੁਸ਼ ਹੋਏ ਤੇ ਬੋਲੇ, ਬਿਦਤ ਨਾਥ ਤੂੰ ਹੋਏ ਜਹਾਨ। ਮਹਾਰਾਜ ਕਹਿੰਦੇ, ਬਾਬਾ ਕਾਲੂ ਨਾਥ ਤੂੰ ਦੁਨੀਆ 'ਚ ਬੜਾ ਪ੍ਰਸਿੱਧ ਹੋਵੇਂਗਾ। ਨਾਥ ਤੇਰੀ ਮਾਨਤਾ ਬੜੀ ਹੋਵੇਗੀ, ਅਜੇ ਹੋਰ ਮਹਿਮਾ ਵਧੇਗੀ ਤੇਰੀ। ਸਭ ਮਨ ਹੈ ਤੁਮ ਨਾਥ ਜਾਣ ਕਰ। ਸਾਰੇ ਤੈਨੂੰ ਨਾਥ ਹੀ ਮੰਨਣਗੇ ਵੀ ਤੂੰ ਬੜਾ ਚੰਗਾ ਤਗੜਾ ਬੰਦਗੀ ਵਾਲਾ ਨਾਥ ਹੈ। ਕਿਰਪਾ ਗੁਰਨ ਕੀ ਭਈ ਮਹਾਨ। ਗੁਰੂਆਂ ਦੀ ਕਿਰਪਾ ਹੋਈ ਤੇਰੇ ਉੱਤੇ, ਤੇਰੇ ਮਹਾਂਪੁਰਸ਼ਾਂ ਨੇ, ਸਾਧੂਆਂ ਨੇ ਸਿਰ ਤੇ ਹੱਥ ਰੱਖਿਆ ਹੈ। ਪੁਨ ਕਾਲੂ ਕਹਿ ਸ਼੍ਰੀ ਪ੍ਰਭ ਸੁਣੀਆ ਹੈ। ਕਾਲੂ ਨਾਥ ਫਿਰ ਹੱਥ ਜੋੜ ਕੇ ਕਹਿਣ ਲੱਗਾ, ਗੁਰੂ ਜੀ ਬੇਨਤੀ ਸੁਣੋ। ਆਪ ਬਖਾਨਤ ਕੁਰ ਨਾ ਠਾਨ। ਆਪ ਕਿਰਪਾ ਕਰਕੇ ਬਚਨ ਕਰ ਰਹੇ ਹੋ। ਤੁਹਾਡੀ ਬਖਸ਼ਿਸ਼ ਦੇ ਨਾਲ ਸਭ ਕੁਝ ਹੋ ਸਕਦਾ ਹੈ। ਤੁਸੀਂ ਚਾਹੋ ਤੇ ਕੀੜੀ ਨੂੰ ਰਾਜਾ ਬਣਾ ਦਿਓ, ਭਿਖਾਰੀ ਤੋਂ ਰਾਜ ਕਰਾ ਦਿਓ। ਤੁਸੀਂ ਸਭ ਕੁਝ ਕਰਨ ਵਾਲੇ ਹੋ। ਇਤੀ ਬੜਾਈ ਉਚਿਤ ਨਹੀਂ ਮੈਂ। ਪਰ ਮਹਾਰਾਜ, ਮੈਂ ਇੰਨੀ ਵਡਿਆਈ ਦੇ ਉਚਿਤ ਨਹੀਂ ਹੈ ਜਿੰਨੀ ਤੁਸੀਂ ਮੈਨੂੰ ਦੇਣਾ ਚਾਹੁੰਦੇ ਹੋ, ਜਾਂ ਇੰਨੀ ਵਡਿਆਈ ਮੈਨੂੰ ਦੇ ਰਹੇ ਹੋ। ਮੈਂ ਇਹਦਾ ਹੱਕਦਾਰ ਨਹੀਂ ਆ ਸੱਚੇ ਪਾਤਸ਼ਾਹ ਜੀ। ਤੁਮਰੇ ਦਰ ਪੋਰੇ ਕਰ ਕਹੋ ਸਵਾਨ। ਮੈਂ ਤੇ ਤੁਹਾਡੇ ਦਰ ਦਾ ਕੁੱਤਾ ਹਾਂ ਮਹਾਰਾਜ, ਕੂਕਰਿਆ ਤੁਹਾਡੇ ਦਰ ਦਾ। ਸੁਨ ਕਾਲੂ ਕੀ ਅਦਕ ਨ ਮੰਤਰਾ। ਉਸ ਕਾਲੂ ਦੀ ਨਿਮਰਤਾ ਵੇਖ ਕੇ ਸ੍ਰੀ ਹਰਗੋਬਿੰਦ ਅਦਕ ਕਿਰਪਾਲ। ਗੁਰੂ ਹਰਗੋਬਿੰਦ ਸਾਹਿਬ ਹੋਰ ਕਿਰਪਾ ਕੀਤੀ, ਹੋਰ ਬਖਸ਼ਿਸ਼ ਕੀਤੀ। ਭਏ ਪ੍ਰਸੰਨ ਦਇਓ ਵਰ ਦੀਰਘ। ਪ੍ਰਸੰਨ ਹੋ ਕੇ ਬੜੇ ਵਰ ਦਿੱਤੇ ਕਾਲੂ ਨਾਥ ਨੂੰ। ਭਾ ਨਾਥਨ ਕੋ ਨਾਥ ਵਿਸਾਲ। ਕਹਿੰਦੇ ਤੂੰ ਤੇ ਨਾਥਾਂ ਦਾ ਨਾਥ ਬਣ ਗਿਆ ਭਾਈ। ਸਿੱਖ ਸੇਵਕ ਮਹਿ ਬਿਤਤ ਹੈ ਮਹਿਮਾ। ਸਾਡੀਆਂ ਸੰਗਤਾਂ ਵੀ ਤੈਨੂੰ ਮੰਨਣਗੀਆਂ, ਸਿੱਖ ਸੇਵਕਾਂ 'ਚ ਬੜੀ ਮਹਿਮਾ ਹੋਵੇਗੀ। ਮਾਲਵੇ ਦੇ ਲੋਕ ਤੇਰੀ ਬਹੁਤ ਮਾਨਤਾ ਕਰਿਆ ਕਰਨਗੇ। ਪਰੀ ਥਾਏ ਘਾਲੀ ਬੜਕਾਲ। ਜੋ ਤੂੰ ਤਪ ਕੀਤਾ ਹੈ, ਬੰਦਗੀ ਕੀਤੀ ਹੈ, ਕਾਲਣਾ ਕਾਲੀ ਹੈ, ਉਹ ਥਾਂ ਪੈ ਗਈ ਹੈ। ਜਿਉ ਜਿਉ ਨਮਰ ਅਦਕਤਾ ਤਿਉ ਤਿਉ। ਜਿਉਂ-ਜਿਉਂ ਨਿਮਰਤਾ ਕਰਦਾ, ਤਿਉਂ-ਤਿਉਂ ਗੁਰੂ ਸਾਹਿਬ ਹੋਰ ਕਿਰਪਾ ਕਰਦੇ। ਜਿਉਂ-ਜਿਉਂ ਕਿਰਪਾ ਕਰਦੇ, ਤਿਉਂ-ਤਿਉਂ ਕਾਲੂ ਨਾਥ ਨਿਮਦਾ ਜਾਂਦਾ। ਸਾਧ ਸੰਗਤ ਜੀ, ਚੰਗੇ ਰੁੱਖ ਦੀ ਨਿਸ਼ਾਨੀ ਹੈ, ਉਹ ਜਿੰਨੇ ਫਲ ਲੱਗਦੇ ਉਹਦੀਆਂ ਟਾਹਣੀਆਂ ਨੀਵੀਆਂ ਹੁੰਦੀਆਂ। ਇਹ ਫਲਦਾਰ ਬੂਟੇ ਦੀ ਨਿਸ਼ਾਨੀ। ਕਾਲੂ ਨਾਥ ਨਿਮਰਤਾ 'ਚ ਆਉਂਦਾ ਹੈ। ਬੜ ਪੁਰਖਨ ਕੀ ਹੈ ਅਸਚਾਲ। ਮਹਾਰਾਜ ਕਹਿੰਦੇ ਵੱਡੇ ਪੁਰਸ਼ਾਂ ਦੀ ਇਹੀ ਚਾਲ ਹੁੰਦੀ ਹੈ। ਵੱਡੇ ਪੁਰਸ਼ ਜਿਹੜੇ ਹੁੰਦੇ, ਜਿੰਨੇ ਵੱਡੇ ਹੁੰਦੇ ਉਨੇ ਹੀ ਮਨ ਨੀਵਾਂ ਕਰ ਲੈਂਦੇ ਆਪਣਾ। ਕਰਿਓ ਬਚਨ ਜਬ ਸ੍ਰੀ ਹਰਗੋਬਿੰਦ। ਜਦੋਂ ਛੇਵੇਂ ਪਾਤਸ਼ਾਹ ਇਸ ਤਰ੍ਹਾਂ ਬਚਨ ਕੀਤਾ, ਕਾਮਲ ਕਰਾ ਮਾਤ ਤਪ ਪਾਏ। ਸਾਧ ਸੰਗਤ ਜੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੇਵੇਂ ਪਾਤਸ਼ਾਹ ਜੀ ਬਚਨ ਕੀਤਾ ਤੇ ਬਖਸ਼ਿਸ਼ਾਂ ਕੀਤੀਆਂ। ਅਤਿ ਆਨੰਦ ਕਰ ਪਦ ਅਰਬਿੰਦਨ। ਬੜੀ ਪ੍ਰਸੰਨਤਾ ਨਾਲ ਕਾਲੂ ਨਾਥ ਨੇ ਚਰਨਾਂ ਤੇ ਮੱਥਾ ਟੇਕਿਆ। ਬੰਦਨ ਕੀਨ ਸੀਸ ਕੋ ਨਿਆਏ। ਸਿਰ ਝੁਕਾ ਕੇ ਨਮਸਕਾਰ ਕੀਤੀ, ਗੁਰੂ ਸਾਹਿਬ ਦੇ ਚਰਨਾਂ ਦੇ ਸਿਰ ਰੱਖ ਕੇ। ਬਾਲਕ ਤੋ ਸੰਗ ਪੈ ਲਿਆਏ। ਉਹਦਾ ਇੱਕ ਚੇਲਾ ਵੀ ਨਾਲ ਆਇਆ ਸੀ, ਦੁੱਧ ਦਾ ਘੜਾ ਚੁੱਕ ਕੇ। 16-17 ਸਾਲਾਂ ਦਾ ਬੱਚਾ ਸੀ, ਛੋਟਾ ਜਿਹਾ ਮੁੰਡਾ ਸੀ। ਤਿਸ ਦਿਸ਼ ਦੇਖ ਗੁਰੂ ਸੁਖਦਾਏ। ਉਸ ਬੱਚੇ ਵੱਲ ਵੇਖਿਆ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਦੁਗਧ ਚਰੂ ਪਰ ਤਿਸ ਕੋ ਚਦੀਨਸ ਕਹਿਓ। ਮਹਾਰਾਜ ਨੇ ਉਹਦੇ ਲਿਆਂਦੇ ਹੋਏ ਦੁੱਧ ਚੋਂ ਨਾ ਇੱਕ ਚੂੜਾ ਭਰ ਲਿਆ ਆਪਣੇ ਹੱਥ ਨਾਲ
ਤੇ ਉਸ ਬੱਚੇ ਦੇ ਹੱਥ ਦੇ ਉੱਤੇ ਅੰਮ੍ਰਿਤ ਜਿਵੇਂ ਦੇਈਦਾ ਨਾ, ਇਦਾਂ ਸੱਚੇ ਪਾਤਸ਼ਾਹ ਦੁੱਧ ਦਾ ਚੁਲਾ ਭਰ ਕੇ ਪਾ ਦਿੱਤਾ। ਪਾਨ ਕਰ ਬਿਲਮ ਨ ਰਾਏ, ਕਹਿੰਦੇ ਕਹਿਓ ਪਾਨ ਕਰ ਬਿਲਮ ਨਾ ਲਾਏ। ਕਹਿੰਦੇ ਛਕ ਬਈ, ਦੇਰੀ ਨਾ ਕਰ, ਛਕ ਲੈ। ਮਾਨ ਬਾਕ ਕੋ ਪਾਨ ਕਰਿਓ ਜਬ, ਉਸ ਬੱਚੇ ਨੇ ਮਹਾਰਾਜ ਦਾ ਬਚਨ ਮੰਨ ਕੇ ਉਹ ਦੁੱਧ ਜਿਹੜਾ ਗੁਰੂ ਸਾਹਿਬ ਨੇ ਇੱਕ ਚੁਲਾ ਭਰ ਕੇ ਉਹਦੇ ਘੜੇ ਵਿੱਚੋਂ ਹੀ, ਘੜਾ ਵੀ ਉਹੀ ਲੈ ਕੇ ਆਏ ਸੀ ਦੁੱਧ ਦਾ, ਉਹਦੇ ਵਿੱਚੋਂ ਹੀ ਮਹਾਰਾਜ ਨੇ ਇੱਕ ਚੁਲਾ ਭਰ ਕੇ ਨਾ ਉਹਦੇ ਹੱਥ ਤੇ ਪਾਤਾ। ਉਹ ਬੱਚੇ ਨੇ ਲੈ ਕੇ ਛਕ ਲਿਆ। ਭਈ ਸ਼ਕਤ ਸਭ ਜਾਣੀ ਬਾਤ, ਬਸ ਦੁੱਧ ਦਾ ਘੋਟ ਅੰਦਰ ਗਿਆ ਕਿ ਸਾਰੀਆਂ ਹੀ ਸ਼ਕਤੀਆਂ ਆ ਗਈਆਂ, ਸਾਰੀ ਕਲਾ ਵਰਤ ਗਈ, ਦ੍ਰਿਸ਼ਟੀ ਦਿਵ ਦ੍ਰਿਸ਼ਟੀ ਖੁੱਲ ਗਈ। ਬਈ ਜਿਹੜੀਆਂ ਅੰਤਰਜਾਮਤਾ ਦੀਆਂ ਗੱਲਾਂ ਨਹੀਂ ਪਤਾ ਹੁੰਦੀਆਂ ਆਮ ਬੰਦੇ ਨੂੰ, ਉਹਨੂੰ ਉਹ ਵੀ ਦਿਸਣ ਲੱਗ ਪਈਆਂ। ਦੇਸ਼ ਵਿਦੇਸ਼ਨ ਕੀ ਸੁਧ ਉਰਮ ਹੈ, ਦੇਸ਼ਾਂ ਵਿਦੇਸ਼ਾਂ ਦੀ ਖਬਰ ਹੋ ਗਈ। ਜਿਵੇਂ ਇੱਥੇ ਬੈਠੇ ਨੂੰ ਹੀ ਬਾਹਰ ਦੂਰ ਦਰਾਡੇ ਦਰਸ਼ਨ ਹੋਣ ਲੱਗ ਪਏ ਵੀ ਕਿੱਥੇ ਕੀ ਹੋ ਰਿਹਾ ਹੈ। ਕਰ ਬਦਰੀ ਫਲ ਤਿਮ ਬਖਿਆਤ, ਜਿਵੇਂ ਹੱਥ ਤੇ ਰੱਖਿਆ ਬੇਰ ਹੁੰਦਾ ਨਾ, ਉਹਨੂੰ ਪ੍ਰਮਾਣ ਦੇਣ ਦੀ ਲੋੜ ਨਹੀਂ ਹੁੰਦੀ। ਅਚਰਜ ਚਿਤ ਧਰ ਗੁਰ ਪਦ ਬੰਦੇ, ਏਦਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਬੱਚਾ ਪ੍ਰਤੱਖਦਰਸ਼ੀ ਹੋ ਗਿਆ ਸਾਰੀ ਸ੍ਰਿਸ਼ਟੀ ਦਾ, ਤੇ ਉਹਨੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ। ਧੰਨ ਧੰਨ ਗੁਰ ਦੀਰਘ ਦਾਤ, ਤੇ ਕਹਿਣ ਲੱਗਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ, ਵੱਡੀਆਂ ਦਾਤਾਂ ਦੇਣ ਵਾਲੇ ਹੋ ਸਤਿਗੁਰੂ ਤੁਸੀਂ। ਕਛ ਤੇ ਕਛੂ ਛਿਨਕ ਮਹਿਕੀਨਸ, ਮਹਾਰਾਜ ਛਿਨ ਵਿੱਚ ਕੀ ਕਰ ਦਿੱਤਾ ਹੈ, ਮੈਨੂੰ ਸਾਰਾ ਕੁਝ ਦੇ ਦਿੱਤਾ ਹੈ। ਕੌਣ ਕਰੈ ਸਮਤਾ ਕਿਸ ਭਾਂਤ, ਐਸੇ ਸਤਿਗੁਰੂ ਦੀ ਬਰਾਬਰੀ ਕੌਣ ਕਰ ਸਕਦਾ ਹੈ। ਕਾਲੂ ਜਾਣ ਲਈ ਤਿਸ ਹਕੀਕਤ, ਭਾਈ ਉਹ ਜਿਹੜਾ ਕਾਲੂ ਸੀ ਨਾ, ਬਾਬਾ ਨਾਥ ਕਾਲੂ ਗੁਰੂ ਸੀ ਉਹਦਾ ਚੇਲੇ ਦਾ, ਉਹਨੇ ਜਾਣ ਲਿਆ ਵੀ ਮੇਰਾ ਚੇਲਾ ਦਾ ਪੂਰਨ ਹੋ ਗਿਆ ਹੈ। ਬੂਝਤ ਭਇਓ ਸੁਨਾ ਬਹੁ ਬਾਲ, ਤੇ ਆਪਣੇ ਚੇਲੇ ਨੂੰ ਪੁੱਛਦਾ ਕਾਕਾ ਕੀ ਦੇਖ ਰਿਹਾ ਹੈ। ਅਬ ਗੁਰ ਦੁਤੀ ਰੂਪ ਕਿਸ ਥਲ ਹੈ, ਹੁਣ ਤੈਨੂੰ ਸਭ ਕੁਝ ਦਿਸਣ ਲੱਗ ਪਿਆ। ਤੇ ਪੁੱਤਰ ਹੁਣ ਮੈਨੂੰ ਇਹ ਦੱਸ ਵੀ ਇੱਕ ਤਾਂ ਗੁਰੂ ਹਰਗੋਬਿੰਦ ਸਾਹਿਬ ਸਾਹਮਣੇ ਬੈਠੇ ਆ, ਇਹ ਦਰਸ਼ਨ ਹੋ ਰਹੇ, ਇਹਨਾਂ ਦਾ ਦੂਸਰਾ ਸਰੂਪ ਇਸ ਵੇਲੇ ਕਿੱਥੇ ਹੈ। ਉਠੇ ਕਦੋਂ ਬੈਠੇ ਕਿਤ ਚਾਲ, ਇਸ ਵੇਲੇ ਇੱਥੇ ਵੀ ਹਨ ਤੇ ਕਿਤੇ ਹੋਰ ਵੀ ਹਨ, ਬੈਠੇ ਨੇ, ਖਲੋਤੇ ਨੇ ਕਿ ਤੁਰੇ ਜਾ ਰਹੇ ਨੇ। ਸਿਸ ਬੋਲਿਓ ਤੁਮ ਸੁਨੋ ਨਾਥ ਜੀ, ਉਹ ਚੇਲਾ ਬੋਲਿਆ, ਕਹਿੰਦਾ ਨਾਥ ਜੀ ਸੁਣੋ। ਅਰਬ ਵਿਲਾਇਤ ਬਿਖੈ ਕਿਰਪਾਲ, ਇਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਦੂਜਾ ਰੂਪ ਅਰਬ ਦੇਸ਼ ਵਿੱਚ ਹੈ, ਅਰਬ ਕੰਟਰੀ ਵਿੱਚ ਹੈ। ਪ੍ਰੇਮੀ ਤੁਰਕ ਗੁਰੂ ਕੋ ਮਨ ਹੈ, ਉੱਥੇ ਇੱਕ ਮੁਸਲਮਾਨ ਫਕੀਰ ਗੁਰੂ ਸਾਹਿਬ ਨੂੰ ਮੰਨਦਾ ਹੈ, ਉਹ ਬੰਦਗੀ ਕਰਦਾ ਹੈ, ਭਗਤੀ ਕਰਦਾ ਹੈ, ਅਰਬ ਦੇਸ਼ ਵਿੱਚ ਮੱਕੇ ਮਦੀਨੇ ਵੱਲ ਬੈਠਾ ਹੈ। ਤਿਨ ਸਿਮਰੇ ਬਹੁ ਬਿਨਤੀ ਨਾਲ, ਉਹ ਮਹਾਰਾਜ ਨੂੰ ਬੜੇ ਪ੍ਰੇਮ ਨਾਲ ਯਾਦ ਕਰਦਾ ਵੀ ਮੈਨੂੰ ਦਰਸ਼ਨ ਦਿਓ। ਸ਼੍ਰੀ ਨਾਨਕ ਗਾਦੀ ਪਰ ਜੋ ਹੈ, ਉਹਨੇ ਮੱਕੇ 'ਚ ਬੈਠੇ ਨੇ ਅਰਦਾਸ ਕੀਤੀ ਵੀ ਗੁਰੂ ਨਾਨਕ ਦੀ ਗੱਦੀ ਤੇ ਇਸ ਵੇਲੇ ਜਿਹੜੇ ਵੀ ਹਨ, ਮੇਰੋ ਪ੍ਰੇਮ ਪਰਖ ਸੋ ਆਏ, ਉਹ ਮੇਰੇ ਕੋਲ ਆ ਕੇ ਇੱਥੇ ਅਰਬ ਵਿੱਚ ਮੈਨੂੰ ਦਰਸ਼ਨ ਦੇਣ ਆ ਕੇ। ਦੇ ਦਰਸ਼ਨ ਕੋ ਕਰਹਿ ਕਰਤਾਰਥ, ਮੈਨੂੰ ਦਰਸ਼ਨ ਦੇ ਕੇ ਕਿਰਤਾਰਥ ਕਰ ਦੇਣ। ਮੱਕੇ 'ਚ ਬੈਠਾ ਮੁਸਲਮਾਨ ਫਕੀਰ ਕਿਸੇ ਜੰਗਲ ਵਿੱਚ ਅਰਬ ਦੇ ਵਿੱਚ ਛੇਵੇਂ ਪਾਤਸ਼ਾਹ ਨੂੰ ਯਾਦ ਕਰ ਰਿਹਾ ਹੈ। ਕਾਮਲ ਕਰਾਮਾਤ ਸਮਦਾਏ, ਤੇ ਉਹਨੂੰ ਇਹ ਵਿਸ਼ਵਾਸ ਹੈ ਵੀ ਗੁਰੂ ਨਾਨਕ ਦੀ ਗੱਦੀ ਤੇ ਕੋਈ ਮਹਾਂਪੁਰਸ਼ ਕਾਮਲ ਪੂਰੇ ਪੁਰਸ਼ ਹੀ ਬੈਠੇ ਹਨ। ਤਹਾਂ ਤਰੋਵਰ ਕੇ ਤਰ ਠਾਂਡੇ, ਤੇ ਉਹ ਗੁਰੂ ਸਾਹਿਬ ਉੱਥੇ ਦਰਖਤ ਦੇ ਥੱਲੇ ਖੜੇ ਹਨ ਇਸ ਵੇਲੇ। ਸ਼ਾਕਾ ਪਕੜੀ ਹਾਥ ਉਠਾਏ, ਦਰਖਤ ਦੀ ਟਾਹਣੀ ਫੜੀ ਹੋਈ ਹੈ ਤੇ ਟਾਹਣੀ ਫੜ ਕੇ ਖਲੋਤੇ ਹਨ ਇਸ ਵੇਲੇ। ਤੁਰਕ ਮਰੀਦ ਸਿਦਕ ਕੋ ਲਖ ਕਰ, ਉਹ ਤੁਰਕ ਮੁਸਲਮਾਨ ਜਿਹੜਾ ਫਕੀਰ ਹੈ, ਮੁਰੀਦ ਗੁਰੂ ਕਾ, ਉਹਦਾ ਸਿਦਕ ਪ੍ਰੇਮ ਦੇ ਕੇ ਉਹਨੂੰ ਦਰਸ਼ਨ ਦੇਣ ਲਈ ਗਏ ਨੇ ਗੁਰੂ ਜੀ ਇਸ ਵੇਲੇ। ਬਿਨਾ ਬਿਲੰਬ ਪਹੁੰਚੇ ਧਾਏ, ਬਿਨਾਂ ਦੇਰੀ ਉੱਥੇ ਪਹੁੰਚ ਗਏ ਨੇ। ਕਾਲੂ ਬਿਸਮਿਓ ਸ਼ੀਗਰ ਲਈ ਦਿਨ, ਹਾਂ, ਕਾਲੂ ਨਾਥ ਨੇ ਜਦੋਂ ਆਪਣੇ ਚੇਲੇ ਦੀ ਗੱਲ ਸੁਣੀ ਨਾ, ਬੜਾ ਬਿਸਮਾਦ ਵਿੱਚ ਆ ਗਿਆ। ਕਹਿਣ ਲੱਗਾ ਮੇਰੇ ਚੇਲੇ ਨੂੰ ਬੜੀ ਛੇਤੀ ਦਾਤ ਮਿਲ ਗਈ, ਅਜੇ ਇਹਨੇ ਤੇ ਕੋਈ ਕਮਾਈ ਨਹੀਂ ਕੀਤੀ, ਇਹ ਤੇ 16 ਸਾਲਾਂ ਦਾ ਮੁੰਡਾ, ਇੰਨੀ ਵੱਡੀ ਤਾਕਤ ਇਹਨੂੰ ਮਿਲ ਗਈ ਵੀ ਇਹ ਤਾਂ ਮੱਕੇ ਮਦੀਨੇ ਤੱਕ ਬੈਠਾ ਦੇਖ ਰਿਹਾ ਇੱਥੋਂ। ਇਹਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਦੂਜੇ ਰੂਪ ਦਾ ਵੀ ਪਤਾ ਹੈ ਵੀ ਇੱਕ ਤਾਂ ਸਾਹਮਣੇ ਬੈਠੇ ਤੇ ਦੂਜੇ ਮੱਕੇ ਵੱਲ ਗਏ ਹੋਏ। ਇਹ ਮੇਰਾ ਜਿਹੜਾ ਚੇਲਾ ਹੈ
ਇਹਦਾ ਮੇਰੇ ਤੋਂ ਕਿਤੇ ਅੱਗੇ ਲੰਘ ਗਿਆ ਹੈ। ਇਤੀ ਸ਼ਕਤ ਕੇ ਉਚਿਤ ਨ ਬਾਲ। ਅਜੇ ਐਡੀ ਪਾਵਰ ਜੋਗਾ ਨਹੀਂ ਸੀਗਾ, ਇੰਨੀ ਤਾਕਤ ਇਹਨੂੰ ਅਜੇ ਨਹੀਂ ਸੀ ਮਿਲਣੀ ਚਾਹੀਦੀ। ਅਜੇ ਨਿਆਣਾ ਹੈ, ਨਿੱਕਾ ਬੱਚਾ ਹੈ। ਸਭ ਜਹਾਨ ਕੀ ਔਰ ਸੁਧ ਪ੍ਰਾਪਤ। ਇਹਨੂੰ ਹੁਣ ਸਾਰੀ ਦੁਨੀਆ ਦੀ, ਸਾਰੇ ਜਹਾਨ ਦੀ ਖਬਰ ਹੋ ਗਈ ਬੈਠੇ ਬੈਠੇ ਨੂੰ। ਗੁਰੂ ਦਈ ਲਖ ਕਰ ਮਮ ਨਾਲ। ਤੇ ਗੁਰੂ ਜੀ ਨੇ ਇਹਨੂੰ ਮੇਰਾ ਚੇਲਾ ਸਮਝ ਕੇ ਦਾਤ ਦਿੱਤੀ ਹੈ। ਤਿਸ ਕੇ ਸਿਰ ਪਰ ਨਿਜ ਕਰ ਕੋ ਧਰ। ਇਹ ਸੋਚ ਕੇ ਨਾ ਬਾਬੇ ਕਾਲੂ ਨਾਥ ਨੇ ਆਪਣੇ ਚੇਲੇ ਦੇ ਸਿਰ ਤੇ ਹੱਥ ਰੱਖਿਆ। ਐਂਚੀ ਦੂਰਨ ਇਸ ਬਿਦ ਨਾਲ। ਉਹ ਜਿਹੜੀ ਸ਼ਕਤੀ ਗੁਰੂ ਸਾਹਿਬ ਨੇ ਦਿੱਤੀ ਸੀ ਬੱਚੇ ਨੂੰ, ਉਹ ਕਾਲੂ ਨਾਥ ਨੇ ਖਿੱਚ ਲਈ ਵਾਪਸ ਆਪਣੇ ਕੋਲ। ਪੋਲ ਤੀਲ ਮਹਿ ਫੂਕ ਸੋ ਬਲ ਤੇ। ਜਿਵੇਂ ਸਾਧ ਸੰਗਤ ਜੀ ਆ ਸਟਰਾ ਨਹੀਂ ਹੁੰਦਾ ਆਪਾਂ ਲੈਮਨ ਵਗੈਰਾ ਪੀਣ ਵਾਸਤੇ ਜਾਂ ਪੈਪਸੀ ਪੀਣ ਵਾਸਤੇ ਵਿੱਚ ਪਾ ਕੇ ਤੇ ਫੂਕ ਮਾਰ ਲੈਂਦੇ ਆ। ਪਹਿਲਾਂ ਆਪਣੇ ਪੰਜਾਬ ਦੇ ਵਿੱਚ ਕਣਕ ਦਾ ਨੜਾ ਲੈ ਕੇ ਤੇ ਦੁੱਧ ਦੇ ਵਿੱਚ ਪਾ ਕੇ ਸਾਡੇ ਬਜ਼ੁਰਗ ਪੀਂਦੇ ਹੁੰਦੇ ਸੀ। ਦੁੱਧ ਉਹਦੇ ਨਾਲ ਪੋਲੀ ਤੀਲ ਦੇ ਨਾਲ ਖਿੱਚ ਲੈਂਦੇ ਸੀ। ਜਿਵੇਂ ਪੋਲੀ ਤੀਲ ਦੇ ਨਾਲ ਇਦਾਂ ਫੂਕ ਮਾਰ ਕੇ ਦੁੱਧ ਜਾਂ ਕੋਈ ਪੇय ਪਦਾਰਥ ਖਿੱਚ ਕੇ ਪੀ ਲਈਦਾ, ਇਦਾਂ ਖਿੱਚ ਲਈ ਸਾਰੀ ਸ਼ਕਤੀ ਕਾਲੂ ਨਾਥ ਨੇ ਚੇਲੇ ਵਿੱਚੋਂ। ਜਲ ਕੋ ਖੈਂਚ ਲੈ ਤਤਕਾਲ। ਜਿਵੇਂ ਕੋਈ ਪਾਣੀ ਨੂੰ ਖਿੱਚ ਲੈਂਦਾ ਪੋਲੀ ਤੀਲ ਦੇ ਵਿੱਚ। ਪੁਨ ਬੂਝਤ ਭਾ ਅਬ ਸੁਧ ਦੀਜੈ। ਫੇਰ ਪੁੱਛਣ ਲੱਗਾ, ਕਾਕਾ ਹੁਣ ਦੱਸ। ਬਾਲਕ ਭਨਿਓ ਨ ਮੈਂ ਕੁਛ ਜਾਣ। ਉਹ ਕਾਕਾ ਬੱਚਾ ਫਿਰ ਬੋਲਿਆ, ਕਹਿੰਦਾ ਜੀ ਮੈਨੂੰ ਹੁਣ ਕੁਛ ਨਹੀਂ ਪਤਾ ਲੱਗ ਰਿਹਾ, ਹੁਣ ਨਹੀਂ ਮੈਨੂੰ ਦਿਸਦਾ ਕੁਛ। ਸ਼੍ਰੀ ਹਰਗੋਬਿੰਦ ਹਿਰਦੈ ਵਿਚਾਰੀ। ਤੇ ਗੁਰੂ ਹਰਗੋਬਿੰਦ ਸਾਹਿਬ ਸਾਹਮਣੇ ਬੈਠੇ ਗੁਰੂ ਚੇਲੇ ਦਾ ਤਮਾਸ਼ਾ ਦੇਖ ਰਹੇ ਤੇ ਮਨ 'ਚ ਸੋਚਦੇ ਨੇ, ਸਿਸਕੀ ਅਰ ਹਮ ਦਈ ਮਹਾਨ। ਅਸੀਂ ਇਹ ਬੱਚੇ ਨੂੰ ਦਾਤ ਦਿੱਤੀ ਸੀ, ਇਹਨੇ ਬੱਚੇ ਕੋਲ ਰਹਿਣ ਨਹੀਂ ਦਿੱਤੀ। ਕਾਲ ਨ ਕਾਲੇ ਸੰਗ ਰਹਿਓ ਨਹਿ। ਇਹ ਘਾਲ ਘਾਲੀ ਨਹੀਂ, ਸਾਡੀ ਸੰਗਤ ਵੀ ਨਹੀਂ ਕੀਤੀ। ਅਪ ਪਰਖੈ ਨਿਸ਼ਚਾ ਇਸ ਥਾਨ। ਹੁਣ ਇਹਦਾ ਨਿਸ਼ਚਾ ਵੇਖ ਲੈਨੇ ਆ। ਮਹਾਰਾਜ ਕਹਿੰਦੇ ਵੀ ਇਹਦਾ ਹੁਣ ਅਸੀਂ ਤਾਂ ਕਾਲੂ ਨਾਥ ਦੇ ਚੇਲੇ ਨੂੰ ਦਾਤ ਬੜੀ ਵੱਡੀ ਦਿੱਤੀ ਸੀ, ਪਰ ਕਾਲੂ ਨਾਥ ਨੇ ਚੇਲੇ ਕੋਲੋਂ ਖੋਹ ਲਈ ਹੈ। ਦੇਖੀਏ ਵੀ ਦੋਵੇਂ ਗੁਰੂ ਚੇਲਾ ਸਾਡੇ ਕਹਿਣੇ 'ਚ ਹਨ ਕਿ ਨਹੀਂ। ਮਹਾਰਾਜ ਕਹਿੰਦੇ ਪ੍ਰੀਖਿਆ ਪਾ ਕੇ ਫਿਰ ਵੇਖਦੇ ਹਾਂ। ਇੱਕ ਲੋਟਾ ਤਿਸ ਨਿਕਟ ਅਧਿਕ ਪ੍ਰੈ। ਸਾਧ ਸੰਗਤ ਜੀ ਕਾਲੂ ਨਾਥ ਦੇ ਕੋਲ ਇੱਕ ਲੋਟਾ ਸੀਗਾ ਗੜਵਾ, ਬੜਾ ਹੀ ਸੋਹਣਾ, ਕਿਸੇ ਬਾਹਰਲੇ ਮੁਲਕ ਤੋਂ ਬਣਾ ਕੇ ਕਿਸੇ ਉਹਦੇ ਪ੍ਰੇਮੀ ਨੇ ਦਿੱਤਾ ਸੀ। ਕਿਸੂ ਦੇਸ਼ ਤੇ ਸੁੰਦਰ ਆਨ। ਕਿਸੇ ਬਾਹਰਲੇ ਮੁਲਕ ਦੇ ਕਿਸੇ ਪ੍ਰੇਮੀ ਨੇ ਕਾਲੂ ਨਾਥ ਨੂੰ ਲਿਆ ਕੇ ਦਿੱਤਾ ਸੀ। ਲੋਟਾ ਬੜਾ ਸੋਹਣਾ ਸੀ। ਸੋ ਸਤਿਗੁਰ ਤਬ ਜਾਚਨ ਕੀਨਸ। ਪਰਖਣ ਵਾਸਤੇ ਨਾ ਵੀ ਇਹ ਦੇਖੀਏ ਵੀ ਤਿਆਗੀ ਹੈ ਕਿ ਨਹੀਂ। ਮਹਾਰਾਜ ਕਹਿੰਦੇ ਕਾਲੂ ਨਾਥ ਜੀ ਆਹ ਲੋਟਾ ਸਾਨੂੰ ਦੇ ਦਿਓ। ਹਮਕੋ ਦੇਹੋ ਬਨਿਓ ਇਹੋ ਚਾਰ। ਇਹ ਬੜਾ ਸੋਹਣਾ ਲੋਟਾ ਸਾਨੂੰ ਦੇ ਦਿਓ। ਕਾਲੂ ਕਹਿਓ ਅਧਿਕ ਪ੍ਰੈ ਮੇਰੋ। ਦੇਖੋ ਸਾਧ ਸੰਗਤ ਜੀ ਖੇਡ ਕਿੱਡੀ ਮਾਇਆ ਦੀ ਪਰਬਲ ਪੈ ਜਾਂਦੀ ਵੱਡੇ ਵੱਡੇ ਤਿਆਗੀਆਂ ਸਾਧੂਆਂ ਨੂੰ। ਕਹਿੰਦਾ ਜੀ ਇਹ ਲੋਟਾ ਮੈਨੂੰ ਬਹੁਤ ਪਿਆਰਾ ਹੈ, ਨਿਤ ਰਾਖੋ ਸੁਧ ਭਲੇ ਸੁਧਾਰ। ਇਹਨੂੰ ਮੈਂ ਬੜਾ ਸਾਂਭ ਕੇ ਰੱਖਦਾ ਹਾਂ। ਹਾਂਜੀ, ਇਹ ਨਹਿ ਦਿਓ ਜਾ ਕਬ ਮੋਤੇ। ਇਹ ਨਹੀਂ ਮੇਰੇ ਤੋਂ ਦਿੱਤਾ ਜਾ ਸਕਦਾ। ਛੋਟੀ ਜੀ ਗੱਲ ਪਿੱਛੇ ਬੰਦਾ ਕਈ ਵਾਰੀ ਗਵਾ ਲੈਂਦਾ। ਕਾਲੂ ਨਾਥ ਇੱਥੇ ਆ ਕੇ ਡੋਲ ਗਿਆ। ਜੀਵਤ ਤਿਆਗ ਨ ਸਕੋ ਵਿਚਾਰ। ਕਹਿੰਦਾ ਮਹਾਰਾਜ ਲੋਟਾ ਮੈਨੂੰ ਪਿਆਰਾ ਬੜਾ, ਜਿਉਂਦੇ ਜੀ ਤੇ ਮੈਂ ਛੱਡਾਂਗਾ ਨਹੀਂ, ਮਰ ਗਿਆ ਤੇ ਪਤਾ ਨਹੀਂ ਕੀ ਹੋਵੇਗਾ। ਹਾਂਜੀ, ਲੋਟੇ ਸਹਿਤ ਆਪ ਕੋ ਮੈਂ ਨਿਤ। ਮਹਾਰਾਜ ਮੈਂ ਵੀ ਤੁਹਾਡਾ ਤੇ ਲੋਟਾ ਵੀ ਤੁਹਾਡਾ, ਜੇ ਮੇਰੇ ਕੋਲ ਰਹੀ ਜਾਵੇ ਤਾਂ ਵੀ ਤੁਹਾਡਾ ਹੀ ਹੈ। ਇਹੋ ਬਖਸ਼ੋ ਮੋਹ ਗੁਰੂ ਉਦਾਰ। ਇਹ ਮੇਰੇ ਕੋਲ ਹੀ ਰਹਿਣ ਦਿਓ ਗੁਰੂ ਜੀ, ਲੋਟਾ ਮੈਂ ਤੁਹਾਨੂੰ ਦੇ ਨਹੀਂ ਸਕਦਾ। ਸ਼੍ਰੀ ਹਰਗੋਬਿੰਦ ਲਖ ਬਹੁ ਮਮਤਾ। ਗੁਰੂ ਹਰਗੋਬਿੰਦ ਸਾਹਿਬ ਜਾਣ ਗਏ ਵੀ ਇਹਦਾ ਵਿਚਾਰਾ ਮਮਤਾ ਹੀ ਨਹੀਂ ਛੱਡ ਸਕਿਆ, ਲੋਟੇ ਦੀ ਮਮਤਾ ਨਹੀਂ ਛੱਡੀ ਅਜੇ ਨੇ। ਹਾਂਜੀ, ਹਮ ਨਾਥਨ ਕੋ ਨਾਥ ਬਨਾਏ। ਅਸੀਂ ਤੇ ਇਹਨੂੰ ਨਾਥਾਂ ਦਾ ਨਾਥ ਬਣਾ ਰਹੇ ਹਾਂ ਤੇ ਇਹ ਤੇ ਲੋਟੇ ਪਿੱਛੇ ਰਹਿ ਗਿਆ। ਹਾਂਜੀ, ਨਹਿ ਤੈ ਰਹਿਓ ਪ੍ਰਥਮ ਸਮਦੂ ਹੁਜ ਹੈ। ਫਿਰ ਮਹਾਰਾਜ ਨੇ ਉਹ ਸ਼ਕਤੀ ਜਿਹੜੀ ਕਾਲੂ ਨਾਥ ਦੇ ਚੇਲੇ ਨੇ ਕਾਲੂ ਨਾਥ ਨੂੰ ਕੋਲ ਚਲੀ ਗਈ ਸੀ, ਉਹਦੇ ਕੋਲੋਂ ਵੀ ਖਿੱਚ ਲਈ। ਕਹਿਣ ਲੱਗੇ ਰਹਿਣ ਦੇ, ਹੁਣ ਤੂੰ ਨਹੀਂ ਲੈ ਸਕਦਾ। ਨਹੀਂ ਬਾਕ ਮਾਨਿਓ ਮਨ ਲਿਆਏ। ਇਹ ਬਚਨ ਮੰਨਣ ਵਾਲਿਆਂ ਨੂੰ ਮਿਲਦੀਆਂ ਦਾਤਾਂ, ਇਹ ਹੁਣ ਤੈਨੂੰ ਅਸੀਂ ਨਹੀਂ ਦੇ ਸਕਦੇ। ਵਾਪਸ ਖਿੱਚ ਲਈ ਪਾਵਰ ਸਾਰੀ। ਲਈ ਬਾਲ ਤੇ ਆਪ ਭਇਓ ਵੱਡ। ਮਾਰੇ ਕਹਿੰਦੇ ਬੱਚੇ ਨੂੰ ਦਿੱਤੀ ਸੀ ਤੂੰ, ਬੱਚੇ ਕੋਲ ਵੀ ਨਹੀਂ ਰਹਿਣ ਦਿੱਤੀ, ਉਹਦੇ ਕੋਲੋਂ ਵੱਡਾ ਬਣ ਗਿਆ। ਤੋ ਕਹੋ ਭੀ ਨਾ ਉਚਤ ਇਸ ਭਾਏ। ਇਹ ਤੇਰੇ ਕੋਲ ਵੀ ਨਹੀਂ ਰਹਿਣ ਦਿੰਦੇ ਅਸੀਂ। ਕਹਿ ਬੇ ਮਾਤਰ ਗੁਰੂ ਕੇ ਤਿਮਹੀ। ਕਿ ਮਹਾਰਾਜ ਦੇ ਕਹਿਣ ਦੀ ਦੇਰ ਸੀ ਕਿ ਸਾਰੀ ਸ਼ਕਤੀ ਫਿਰ ਵਾਪਸ ਆ ਗਈ ਗੁਰੂ ਸਾਹਿਬ ਕੋਲ। ਕਾਲੂ ਹੋਇਓ ਸਹਿਜ ਸੁਭਾਏ। ਕਾਲੂ ਜਿਵੇਂ ਜਿਹਾ ਪਹਿਲਾਂ ਸੀ ਉਹੋ ਜਿਹਾ ਹੀ ਹੋ ਗਿਆ। ਹਿਰਦੈ
ਬਿਸੂਰਤ ਬੰਧਨ ਕਰਕੈ ਮਨ ਦੇ ਵਿੱਚ ਸੋਚਦਾ, ਮੱਥਾ ਟੇਕਦਾ ਚਰਨਾਂ ਤੇ, ਗਇਓ ਆਪਣੇ ਥਾਨ ਬਜ਼ਾਰ ਆਪਣੇ ਡੇਰੇ ਚਲਾ ਗਿਆ। ਤੇਰੇ ਨਿਮਰਤਾ ਪ੍ਰਾਪਤ ਹੋਏ ਕਹਿੰਦੇ ਨਿਮਰਤਾ ਰੱਖੀ ਸੀ ਤੇ ਉਹਨੂੰ ਇੰਨੀ ਤਾਕਤ ਮਿਲੀ ਸੀ। ਪੁਨ ਗੁਰ ਮਾਇਆ ਪ੍ਰਭਲ ਉਧਾਰ ਪਰ ਗੁਰੂ ਦੀ ਮਾਇਆ ਉਹਨਾਂ ਨੂੰ ਵੀ ਭਰਮਾ ਲੈਂਦੀ ਹੈ ਜਿਨ੍ਹਾਂ ਨੂੰ ਬੜਾ ਕੁਝ ਮਿਲਿਆ ਹੁੰਦਾ ਹੈ। ਪਰਮਾਇਓ ਨਹਿ ਸਮਝ ਕਰਿਓ ਮਨ ਤਾਂ ਭਰਮ ਗਿਆ, ਸਮਝ ਨਹੀਂ ਸਕਿਆ। ਐਮ ਕਾਲੂ ਕੀ ਗਾਥ ਵਿਚਾਰ ਏਦਾਂ ਕਾਲੂ ਦੀ ਕਥਾ ਹੋਈ ਹੈ ਸਾਧ ਸੰਗਤ ਜੀ। ਅਬਲੋ ਥਾਨ ਤਹਾਂ ਤਿਸ ਕੇਰਾ ਮਾਲ ਵਿੱਚ ਨਥਾਣੇ ਪਿੰਡ 'ਚ ਅਜੇ ਤੱਕ ਉਹਦਾ ਥਾਨ ਹੈ। ਬਿਦਤਾ ਹੈ ਤਿਸ ਦੇਸ਼ ਮਝਾਰ ਉਹਦੀ ਬੜੀ ਮਾਨਤਾ ਹੈ ਗੁਰੂ ਸਾਹਿਬ ਦੇ ਬਚਨਾਂ ਸਦਕਾ। ਦੋਹਰਾ ਧੀਵਰ ਕਾਲ ਔਰ ਹੈ ਕਹਿੰਦੇ ਇੱਕ ਝੀਵਰ ਕਾਲੂ ਵੀ ਹੋਇਆ, ਉਹ ਹੋਰ ਹੋਇਆ ਹੈ। ਤਿਸ ਕੀ ਕਥਾ ਨ ਜਾਣ ਇਹ ਉਹਦੀ ਕਥਾ ਨਾ ਸਮਝ ਲੈਣਾ। ਇਹ ਨਾਥ ਦੀ ਕਥਾ ਸੀ ਜਿਹੜੀ ਸੁਣਾਈ ਹੈ। ਗ੍ਰਾਮ ਨੇ ਥਾਣੇ ਸੋ ਬਸ ਹੈ ਨਥਾਣੇ ਪਿੰਡ ਵਸਦਾ ਸੀ। ਸੁਨ ਸ਼ਰੋਤਾ ਸਵਧਾਨ ਅੱਗੇ ਗੁਰੂ ਸਾਹਿਬ ਜੀ ਦੀ ਕਥਾ ਸਰਵਣ ਕਰੋਗੇ ਸੋ ਸਮੇਂ ਦੇ ਲਿਹਾਜ਼ ਨਾਲ ਸਮਾਪਤ